इन्ने दिन ला के ना मेहनत की किस वास्ते? ਇਹਦੀ ਖਾਤਰ ਮਾਲਕਾਂ ਦੀ ਖਾਤਰ ਕਿਉਂ ਕੀਤਾ ਕਿ ਮੈਂ ਕੁਝ ਐਸਾ ਕਰਾਂ ਮਾਲਕ ਦੇਖਣਗੇ ਤਾਂ ਮਾਲਕ ਖੁਸ਼ ਹੋਣਗੇ। ਯਾਨੀ ਇੱਥੇ ਮੇਨ ਚੀਜ਼ ਕੀ ਹੈ? ਉਹਦੀ ਖੁਸ਼ੀ। ਹੁਣ ਚਲੋ ਇਹ ਬੱਚੀ ਨੇ ਤਾਂ ਛੋਟੀ ਜਿਹੀ ਨੇ ਕੋਸ਼ਿਸ਼ ਕੀਤੀ, ਪਿਛਲੇ ਕਾਫੀ ਦਿਨਾਂ ਤੋਂ ਰਿਹਰਸਲ ਕਰ ਰਹੀ ਹੈ, ਗਾਣੇ ਨੂੰ ਐਡਿਟ ਕਰ ਰਹੀ ਹੈ ਕਿ ਮਾਲਕਾਂ ਨੂੰ ਦਿਖਾਉਣਾ ਹੈ ਮਾਲਕਾਂ ਦੀ ਖੁਸ਼ੀ ਦੀ ਖਾਤਰ। ਠੀਕ ਹੈ, ਔਰ ਇਹਦੀ ਇੰਨੀ ਖੁਸ਼ੀ ਨਾ ਵਾਕਈ ਬੜੇ ਖੁਸ਼ ਹੋਏ ਸੀ। ਸ਼ਾਬਾਸ਼, ਉਹ ਗੱਲ ਆ ਗਈ ਤੁਹਾਡੀ। ਠੀਕ ਹੈ, ਇਹਦੇ ਵਾਸਤੇ ਤਾੜੀਆਂ ਵੱਜ ਗਈਆਂ। ਹੁਣ ਗੱਲ ਆ ਗਈ ਤੁਹਾਡੀ ਕਿ ਤੁਸੀਂ ਮਾਲਕ ਦੀ ਖੁਸ਼ੀ ਦੀ ਖਾਤਰ ਕੀ ਕਰਦੇ ਹੋ। ਜੇ ਤੁਹਾਨੂੰ ਕਿਹਾ ਜਾਂਦਾ ਸਿਮਰਨ ਤੇ ਬੈਠੋ ਤਾਂ ਉਹ ਬੈਠ ਨਹੀਂ ਹੁੰਦਾ, ਨਿੰਦਿਆ ਨਾ ਕਰੋ ਉਹ ਛੱਡ ਨਹੀਂ ਹੁੰਦੀ, ਕਿਸੇ ਨਾਲ ਨਫ਼ਰਤ ਨਾ ਕਰੋ ਉਹ ਛੱਡ ਨਹੀਂ ਸਕਦੇ, ਕ੍ਰੋਧ ਨਾ ਕਰੋ, ਗਾਲੀ ਗਲੋਚ ਨਾ ਕਰੋ, ਬੁਰਾ ਬੋਲੋ ਨਾ, ਨਸ਼ਾ ਨਾ ਕਰੋ ਉਹ ਛੱਡ ਨਹੀਂ ਸਕਦੇ। ਹੁਣ ਅਗਰ ਸਾਡੇ ਅੰਦਰ ਵੀ ਇਹ ਭਾਵਨਾ ਹੋਵੇ ਨਾ ਕਿ ਅਸੀਂ ਵੀ ਆਪਣੇ ਮਾਲਿਕ ਨੂੰ ਖੁਸ਼ ਕਰਨਾ, ਤਾਂ ਜਿੱਦਾਂ ਇਹ ਕਾਫੀ ਦਿਨਾਂ ਤੋਂ ਮਿਹਨਤ ਕਰ ਰਹੀ ਹੈ ਸਿਰਫ ਇਸ ਦੀ ਖਾਤਰ ਕਿ ਮਾਲਕ ਖੁਸ਼ ਚਾਹੀਦੇ ਹੈ, ਮਾਲਕ ਨੂੰ ਖੁਸ਼ ਕਰਨਾ ਹੈ, ਕੁਛ ਐਸਾ ਪੇਸ਼ ਕਰਨਾ ਹੈ, ਤਾਂ ਤੁਸੀਂ ਵੀ ਇਹ ਸੋਚਿਆ ਕਰੋ ਕਿ ਮੈਂ ਵੀ ਆਪਣੀ ਜ਼ਿੰਦਗੀ ਨੂੰ ਐਸਾ ਬਣਾਵਾਂ ਕਿ ਮੇਰੀ ਜ਼ਿੰਦਗੀ ਐਸੀ ਬਣੇ। ਜਿੱਦਾਂ ਇਹ ਨਾ ਮਿਹਨਤ ਕੀਤੀ, ਮੈਂ ਵੀ ਕੁਛ ਐਸੀ ਆਪਣੇ ਜੀਵਨ 'ਚ ਮਿਹਨਤ ਕਰਾਂ, ਕੁਛ ਐਸਾ ਕਰਾਂ ਤਾਂ ਕਿ ਮੈਂ ਵੀ ਆਪਣੇ ਮਾਲਿਕ ਨੂੰ ਖੁਸ਼ ਕਰ ਸਕਾਂ। ਔਰ ਅਗਰ ਅਸੀਂ ਉਹ ਕੋਸ਼ਿਸ਼ ਨਹੀਂ ਕਰ ਸਕਦੇ ਤਾਂ ਫਿਰ ਤਾਂ ਅਸੀਂ ਕਹਾਂਗੇ ਬੱਚੀ ਨਾਲੋਂ ਵੀ ਜ਼ਿਆਦਾ ਅਸੀਂ ਗਏ ਗੁਜ਼ਰੇ। ਜਦੋਂ ਬੰਦਾ ਕਹਿ ਦਿੰਦਾ ਕਿ ਫਿਰ ਤਾਂ ਜਿੱਦਾਂ ਬੁੱਲੇ ਸ਼ਾਹ ਨੇ ਇੱਕ ਕੁੱਤੇ ਨੂੰ ਦੇਖਿਆ ਬੈਠੇ ਨੂੰ, ਜਦੋਂ ਕੁੱਤੇ ਨੂੰ ਦੇਖਿਆ ਤਾਂ ਉਸ ਵੇਲੇ ਬੁੱਲੇ ਸ਼ਾਹ ਕੁੱਤੇ ਦੇ ਕੋਲ ਗਏ ਔਰ ਉਹਦੇ ਬੁੱਲੇ ਸ਼ਾਹ ਦੇ ਹੱਥ ਵਿੱਚ ਦੁੱਧ ਸੀ। ਉਹਨਾਂ ਨੇ ਇੱਕ ਪਿਆਲਾ ਲੈ ਕੇ ਦੁੱਧ ਪਾ ਕੇ ਪਿਆਲੇ ਦੇ ਵਿੱਚ ਕੁੱਤੇ ਨੂੰ ਦੇ ਦਿੱਤਾ। ਕੁੱਤਾ ਦੁੱਧ ਪੀਣ ਲੱਗ ਗਿਆ ਤਾਂ ਬੁੱਲੇ ਸ਼ਾਹ ਦੇ ਹੱਥ 'ਚ ਪਾਣੀ ਵੀ ਸੀ, ਉਹ ਪਾਣੀ ਪੀਣ ਲੱਗ ਗਏ। ਕਿਸੇ ਨੇ ਦੇਖਿਆ, ਕਹਿੰਦੇ ਮਹਾਰਾਜ ਕੁੱਤਾ ਦੁੱਧ ਪੀ ਰਿਹਾ, ਤੁਸੀਂ ਪਾਣੀ ਪੀ ਰਹੇ ਹੋ। ਹਾਲਾਂਕਿ ਹੁੰਦਾ ਉਲਟਾ ਹੈ ਕਿ ਕੁੱਤਾ ਪਾਣੀ ਪੀਵੇ, ਤੁਸੀਂ ਦੁੱਧ ਪੀਵੋ। ਪਰ ਇੱਥੇ ਇਹ ਸਿਸਟਮ ਜਿੱਦਾਂ ਬੰਦਾ ਕਹਿੰਦਾ ਨਾ ਕਿ ਉਹਨੂੰ ਚੰਗੀ ਚੀਜ਼ ਦੇ ਰਹੇ ਹੋ, ਆਪ ਹਲਕੀ ਚੀਜ਼ ਪੀ ਰਹੇ ਹੋ, ਕਿਉਂਕਿ ਕਿੱਥੇ ਦੁੱਧ ਔਰ ਕਿੱਥੇ ਪਾਣੀ। ਕੁੱਤੇ ਨੂੰ ਦੁੱਧ ਪਿਲਾਉਣ ਦਾ ਔਰ ਆਪ ਪਾਣੀ ਪੀਣ ਦਾ ਕਾਰਨ ਕੀ ਹੈ? ਤਾਂ ਬੁੱਲੇ ਸ਼ਾਹ ਕਹਿੰਦੇ ਮੈਂ ਕੁੱਤੇ ਨੂੰ ਦੁੱਧ ਇਸ ਲਈ ਪਿਲਾ ਰਿਹਾ ਹਾਂ ਔਰ ਖੁਦ ਇਸ ਲਈ ਪਾਣੀ ਪੀ ਰਿਹਾ ਕਿਉਂਕਿ ਹਮੇਸ਼ਾ ਜੋ ਚੰਗਾ ਹੋਵੇ ਨਾ ਉਹਨੂੰ ਚੰਗੀ ਚੀਜ਼ ਦਿੱਤੀ ਜਾਂਦੀ ਹੈ। ਉਹ ਕਹਿੰਦੇ ਮਹਾਰਾਜ ਮੈਂ ਸਮਝਿਆ ਨਹੀਂ, ਤੁਸੀਂ ਕਹਿੰਦੇ ਚੰਗੇ ਨੂੰ ਚੰਗੀ ਚੀਜ਼ ਦਿੱਤੀ ਜਾਂਦੀ ਹੈ, ਤਾਂ ਕੀ ਕੁੱਤਾ ਤੁਹਾਡੇ ਤੋਂ ਚੰਗਾ ਹੈ? ਕੀ ਕੁੱਤਾ ਚੰਗਾ ਹੈ? ਤਾਂ ਬੁੱਲੇ ਸ਼ਾਹ ਕਹਿੰਦੇ ਅਗਰ ਇਹਦੀ ਕਰਨੀ ਦੇਖੀ ਜਾਵੇ, ਅਗਰ ਕੁੱਕਰ ਦੀ ਕਰਨੀ ਦੇਖੀ ਜਾਵੇ ਤਾਂ ਕੁੱਕਰ ਦੀ ਕਰਨੀ ਬੰਦੇ ਦੀ ਕਰਨੀ ਨਾਲੋਂ ਚੰਗੀ ਹੁੰਦੀ ਹੈ। ਤਾਂ ਹੀ ਉਹਨਾਂ ਨੇ ਆਪਣੇ ਕਲਾਮ ਦੇ ਵਿੱਚ ਕੁੱਤੇ ਬਾਰੇ ਵੀ ਬੜਾ ਖੋਲ ਕੇ ਦੱਸਿਆ ਹੈ। ਕਿਹਨੇ ਕਿਹਨੇ ਸੁਣਿਆ ਬੁੱਲੇ ਸ਼ਾਹ ਦਾ ਕਲਾਮ? ਦੱਸਿਆ ਨਾ ਉਹਦੇ ਵਿੱਚ ਕਿ ਬੁੱਲੇ ਸ਼ਾਹ ਕਹਿੰਦੇ ਆ ਬੁੱਲਿਆ ਕੁੱਤੇ ਤੇਤੋਂ ਉੱਤੇ। ਉਹ ਕਹਿੰਦੇ ਕੁੱਤੇ ਦਾ ਤੇਤੋਂ ਵੀ ਉੱਤੇ ਹੈ। ਕਾਰਨ ਕੀ ਹੈ? ਕਹਿੰਦੇ ਖਸਮ ਦਾ ਦਰ ਮੂਲ ਨਹੀਂ ਛੱਡਦੇ ਭਾਵੇਂ 100 ਪੈਵਣ ਜੁੱਤੇ। ਇੱਥੇ ਬੰਦੇ ਨੂੰ ਮਾੜੀ ਜਿਹੀ ਝਿੜਕ ਮਾਰਤੀ ਜਾਵੇ ਨਾ, ਬੰਦਾ ਕਹਿੰਦਾ ਲੈ ਹੁਣ ਨਹੀਂ ਮਜਾਉਂਦਾ, ਝਿੜਕ ਦਿੱਤਾ। ਕਹਿੰਦੇ ਕੁੱਕਰ ਨੂੰ ਮਾਲਿਕ। ਹੁਣ ਇੱਥੇ ਕਿਹੜੇ ਮਾਲਿਕ ਦੀ ਗੱਲ ਹੋ ਰਹੀ ਹੈ ਜਰਾ ਸਮਝਣਾ। ਯਾਨੀ ਉਹ ਪਰਮਾਤਮਾ, ਉਹ ਪ੍ਰਭੂ। ਉਹ ਮਾੜੀ ਜਿਹੀ ਕੋਈ ਤਕਲੀਫ ਆ ਜਾਂਦੀ ਹੈ ਸਾਡੇ ਜੀਵਨ 'ਚ ਤਾਂ ਅਸੀਂ ਉਹਦੇ ਨਾਲ ਸ਼ੁਕਰੇ ਹੋ ਕੇ ਉਹਨੂੰ ਬੁਰਾ ਬੋਲਣਾ ਸ਼ੁਰੂ ਕਰ ਦਿੰਦੇ ਕਿ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਕਹਿ ਦਿੰਦੇ ਆ ਕਿ ਨਹੀਂ? ਤਾਂ ਬੁੱਲੇ ਸ਼ਾਹ ਕਹਿੰਦੇ ਤੂੰ ਇੱਕ ਦੁੱਖ ਆਏ ਤੇ ਆਪਣੇ ਰੱਬ ਨੂੰ, ਆਪਣੇ ਮਾਲਿਕ ਨੂੰ ਸ਼ਿਕਾਇਤ ਦੇਣ ਲੱਗ ਜਾਂਦਾ ਹੈ। ਫਿਰ ਦੱਸ ਕੁੱਤੇ ਦੇ 100 ਜੁੱਤੀਆਂ ਵੀ ਪੈਂਦੀਆਂ ਫਿਰ ਵੀ ਆਪਣੇ ਮਾਲਿਕ ਦਾ ਦਰ ਨਹੀਂ ਛੱਡਦਾ। ਫਿਰ ਤੇਰੇ ਤੋਂ ਚੰਗਾ ਹੋਇਆ ਕਿ ਨਹੀਂ? ਰਾਤੀ ਜਾਗਣ, ਜਰਾ ਗੌਰ ਕਰਨਾ, ਰਾਤੀ ਜਾਗਣ ਸ਼ੇਖ ਸਦਾਵਣ, ਰਾਤ ਨੂੰ ਜਾਗਣ ਕੁੱਤੇ ਬੁੱਲਿਆ ਤੇ ਤੋਂ। ਇੱਕ ਇਨਸਾਨ ਰਾਤ ਨੂੰ ਜਾਗਦਾ ਹੈ ਤਾਂ ਆਪਣੇ ਆਪ ਨੂੰ ਕੀ ਕਹਿਣਾ ਸ਼ੁਰੂ ਕਰ ਦਿੰਦਾ ਹੈ? ਉਹ ਮੈਂ ਬੜਾ ਭਗਤੀ ਕਰਨ ਵਾਲਾ ਗਿਆਨੀ ਸ਼ੇਖ ਬੰਦਾ ਆ, ਮੈਂ ਕੋਈ ਮਾਮੂਲੀ ਨਹੀਂ ਹੈ, ਰਾਤ ਨੂੰ 5 ਘੰਟੇ ਸਿਮਰਨ ਕਰਦਾ, ਮੈਂ ਕਿੰਨਾ ਹੰਕਾਰ ਆ ਜਾਂਦਾ ਹੈ। ਉਹ ਕਹਿੰਦੇ ਕੁੱਤਾ ਵੀ ਤਾਂ ਆਪਣੇ ਮਾਲਿਕ ਦੇ ਦਰ ਦੀ ਰਾਖੀ ਕਰਦਾ ਹੈ, ਉਹ ਵੀ ਜਾਗਦਾ ਹੈ, ਪਰ ਉਹ ਫਿਰ ਨਹੀਂ ਕਦੀ ਕਹਿੰਦਾ ਕਿ ਮੈਂ ਉੱਚਾ ਹਾਂ, ਉਹ ਫਿਰ ਵੀ ਆਪਣੇ ਆਪ ਨੂੰ ਨੀਵਾਂ ਹੀ ਸਮਝਦਾ ਹੈ। ਕਹਿੰਦਾ ਕਿੱਡਾ ਵੱਡਾ ਬੁੱਲੇ ਸ਼ਾਹ ਦੱਸਦੇ ਗੁਣ ਹੈ। ਇਸ ਕਰਕੇ ਜਰਾ ਸਮਝਣ ਵਾਲੀ ਗੱਲ ਹੈ ਇੱਥੇ ਕਿ ਇਨਸਾਨ ਦੇ ਅੰਦਰ ਵੀ ਇੱਕ ਗੁਣ ਹੋਣਾ ਚਾਹੀਦਾ, ਇੱਕ ਖੂਬੀ ਹੋਣੀ ਚਾਹੀਦੀ ਕਿ ਮੈਂ ਆਪਣੇ ਜੀਵਨ 'ਚ ਕੁਛ ਐਸਾ ਕਰਾਂ, ਕੁਛ ਐਸਾ ਜੀਵਨ 'ਚ ਕਰਮ ਕਰਾਂ, ਕੋਈ ਐਸੀ ਜੀਵਨ 'ਚ ਬਾਣੀ ਬੋਲਾਂ ਯਾਨੀ ਸ਼ਬਦ ਬੋਲਾਂ, ਕੁਛ ਐਸਾ ਮੇਰੇ ਜੀਵਨ 'ਚ ਹੋਣਾ ਚਾਹੀਦਾ ਕਿ ਮੈਂ ਕਹਿ ਸਕਾਂ ਕਿ ਮੈਂ ਇੰਨੀ ਮਿਹਨਤ ਕੀਤੀ ਹੈ ਨਾ, ਤੇ ਕਿਹਦੀ ਖਾਤਰ ਕੀਤੀ ਹੈ? ਅੱਛਾ ਬੋਲਣਾ ਸਿੱਖਿਆ ਹੈ, ਅੱਛੀ ਕਰਨੀ ਸਿੱਖੀ ਹੈ, ਅੱਛਾ ਉੱਠਣਾ ਬੈਠਣਾ ਸਿੱਖਿਆ, ਤਾਂ ਕਾਹਦੀ ਖਾਤਰ? ਆਪਣੇ ਮਾਲਿਕ ਦੀ ਖੁਸ਼ੀ ਦੀ ਖਾਤਰ। ਫਿਰ ਮਜ਼ਾ ਆਉਂਦਾ ਹੈ ਜ਼ਿੰਦਗੀ ਦਾ। ਔਰ ਜਦੋਂ ਇਨਸਾਨ ਉਹਦੀ ਖੁਸ਼ੀ ਦਾ ਖਿਆਲ ਰੱਖਦਾ ਹੈ, ਉਹਨੂੰ ਖੁਸ਼ ਰੱਖਦਾ ਹੈ, ਤਾਂ ਜਿਹੜਾ ਉਹਦੀ ਖੁਸ਼ੀ ਦਾ ਖਿਆਲ ਰੱਖਦਾ ਹੈ ਫਿਰ ਉਸ ਇਨਸਾਨ ਦੀ ਖੁਸ਼ੀ ਦਾ ਖਿਆਲ ਉਹ ਮਾਲਿਕ ਆਪ ਰੱਖਦਾ ਹੈ।
ਜਹਾਨ ਦੇ ਮਾਲਕ ਜੀ ਦਾ ਇਸ ਲਈ ਇਹ ਚੀਜ਼ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਹ ਦੇਖਣਾ ਹੈ ਕਿ ਮੇਰੇ ਮਾਲਿਕ ਦੀ ਖੁਸ਼ੀ ਕਿਸ ਚੀਜ਼ ਦੇ ਨਾਲ ਹੈ ਜੁੜੀ ਹੋਈ। ਜਿਸ ਚੀਜ਼ ਦੇ ਨਾਲ ਉਹ ਮਾਲਿਕ ਦੀ ਖੁਸ਼ੀ ਜੁੜੀ ਹੈ, ਜਦੋਂ ਤੁਸੀਂ ਉਹ ਚੀਜ਼ ਦੇ ਨਾਲ ਜੁੜ ਜਾਂਦੇ ਹੋ ਤਾਂ ਫਿਰ ਤੁਹਾਨੂੰ ਜੀਵਨ 'ਚ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੁਸ਼ੀਆਂ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹੈ। ਪਰ ਜਿਸ ਚੀਜ਼ ਦੇ ਨਾਲ ਮਾਲਿਕ ਦੀ ਖੁਸ਼ੀ ਨਹੀਂ ਜੁੜੀ, ਜਿਸ ਚੀਜ਼ ਦੇ ਨਾਲ ਜਿਹੜਾ ਕਰਮ ਕਰਨ ਨਾਲ ਮੇਰਾ ਰੱਬ ਖੁਸ਼ ਨਹੀਂ ਹੁੰਦਾ, ਮੇਰਾ ਮਾਲਿਕ ਖੁਸ਼ ਨਹੀਂ ਹੁੰਦਾ, ਅਗਰ ਉਹ ਕਰਮ ਕਰਦੇ ਜਾਵਾਂਗੇ ਤਾਂ ਜੀਵਨ 'ਚ ਖੁਸ਼ੀਆਂ ਨਹੀਂ ਆਉਣਗੀਆਂ, ਤੇ ਜੀਵਨ 'ਚ ਪਰੇਸ਼ਾਨੀਆਂ ਹੀ ਆਉਣਗੀਆਂ, ਤੇ ਜੀਵਨ 'ਚ ਤਕਲੀਫਾਂ ਹੀ ਆਉਣਗੀਆਂ। ਇਸ ਲਈ ਅਸੀਂ ਹਮੇਸ਼ਾ ਦੱਸੀਦਾ ਹੈ ਕਿ ਆਪਣੇ ਜੀਵਨ 'ਚ ਖੁਸ਼ੀ ਲਿਆਣੀ ਹੈ ਜਾਂ ਆਪਣੇ ਜੀਵਨ ਨੂੰ ਪਰੇਸ਼ਾਨੀਆਂ, ਤਕਲੀਫਾਂ, ਦੁੱਖਾਂ ਨਾਲ ਭਰਨਾ ਹੈ, ਇਹ ਕਿਸੇ ਹੋਰ ਦੇ ਉੱਪਰ ਨਹੀਂ ਹੈ, ਇਹ ਬੰਦੇ ਦੇ ਆਪਣੇ ਉੱਪਰ ਹੈ। ਸਮਝਦੇ ਹੋ ਕਿ ਨਹੀਂ? ਪਰ ਹੁੰਦਾ ਕੀ ਹੈ ਦਰਅਸਲ ਕਾਰਨ ਹੁੰਦਾ ਕੀ ਹੈ? ਹੁੰਦਾ ਇਹ ਹੈ ਕਿ ਬੰਦੇ ਦੇ ਜੀਵਨ 'ਚ ਜਦੋਂ ਤਕਲੀਫਾਂ ਆਉਂਦੀਆਂ ਨਾ, ਉਸਲੇ ਬੰਦਾ ਆਪਣੀ ਕਰਨੀ ਨਹੀਂ ਦੇਖਦਾ, ਉਸਲੇ ਬੰਦਾ ਦੋ ਚੀਜ਼ਾਂ 'ਤੇ ਧਿਆਨ ਦਿੰਦਾ ਹੈ। ਪਹਿਲੀ ਚੀਜ਼, ਇਹ ਰੱਬ ਮੇਰੇ ਨਾਲ ਮਾੜਾ ਕਰ ਰਿਹਾ ਹੈ, ਮੇਰੀ ਕਿਸਮਤ 'ਚ ਮਾੜਾ ਲਿਖਿਆ ਹੈ। ਜਾਂ ਫਿਰ ਦੂਜੀ ਚੀਜ਼ ਕੀ ਕਹੇਗਾ, ਇਹ ਕਿਸੇ ਹੋਰ ਦੀ ਵਜ੍ਹਾ ਨਾਲ ਹੋ ਰਿਹਾ ਹੈ, ਉਹ ਕਰ ਰਿਹਾ ਹੈ। ਸਮਝ ਆ ਰਹੀ ਹੈ? ਕੋਈ ਕਹਿੰਦਾ ਮੇਰਾ ਗੁਆਂਢੀ ਕਰ ਦਿੰਦਾ ਹੈ, ਕੋਈ ਕਹਿੰਦਾ ਮੇਰੀ ਫਲਾਨਾ ਕਰ ਦਿੰਦਾ ਹੈ ਜੀ, ਉਹ ਬੈਠਾ ਜਾਦੂ ਕਰੀ ਜਾਂਦਾ, ਉਹ ਬੈਠਾ ਟੂਣਾ ਕਰੀ ਜਾਂਦਾ, ਉਹ ਬੈਠਾ ਇਹ ਕਰੀ ਜਾਂਦਾ। ਸਮਝਣ ਵਾਲੀ ਗੱਲ ਹੈ, ਕਮਾਲ ਦੀ ਗੱਲ ਹੈ ਇਹ। ਸਮਝਦੇ ਹੋ? ਹੁਣ ਅਸੀਂ ਇਹਨੂੰ ਇੱਦਾਂ ਸਮਝਾਵਾਂਗੇ ਥੋੜ੍ਹਾ ਜਿਹਾ ਕਿ ਫਰਜ਼ ਕਰੋ ਤੁਸੀਂ ਆਪਣੇ ਘਰ ਦੇ ਵਿੱਚ ਹੋ ਜਾਂ ਕਿਤੇ ਬਾਹਰ ਹੋ, ਤੁਸੀਂ ਕਿਸੇ ਨੂੰ ਗਾਲੀ ਦਿੱਤੀ, ਕਿਸੇ ਨੂੰ ਬੁਰਾ ਬੋਲਿਆ, ਬੁਰਾ ਬੋਲ ਕੇ ਤੁਸੀਂ ਤੁਰ ਪਏ, ਅੱਗੇ ਤੁਸੀਂ ਆਪਣੀ ਗੱਡੀ 'ਚ ਬਹਿ ਕੇ ਜਾਂਦੇ ਹੋ, ਟਾਇਰ ਪੈਂਚਰ ਹੋ ਜਾਂਦਾ ਹੈ। ਹੁਣ ਤੁਸੀਂ ਕਹਿੰਦੇ ਹੋ ਲੈ ਮੇਰਾ ਟਾਇਰ ਕਿਹਦਾ ਪੈਂਚਰ ਹੋ ਗਿਆ। ਸਮਝਦੇ ਹੋ ਕਿ ਨਹੀਂ? ਹੁਣ ਅਗਰ ਅਸੀਂ ਜੋੜ ਕੇ ਦੇਖੀਏ, ਉੱਥੇ ਮੈਂ ਬੁਰਾ ਬੋਲਿਆ, ਇੱਥੇ ਆ ਕੇ ਮੇਰਾ ਟਾਇਰ ਪੈਂਚਰ ਹੋਇਆ, ਤੇ ਇਹਦਾ ਮਤਲਬ ਮੈਂ ਕੁਝ ਬੁਰਾ ਕੀਤਾ ਸੀ ਜਿਹਦੇ ਕਰਕੇ ਮੈਨੂੰ ਇਹ ਬੁਰਾ ਭੋਗਣਾ ਪੈ ਗਿਆ। ਤੁਸੀਂ ਕਿਸੇ ਨੂੰ ਇੱਕ ਗੱਲ ਯਾਦ ਰੱਖਣਾ ਕਿ ਤੁਸੀਂ ਕਿਸੇ ਨਾਲ ਹੇਰਾਫੇਰੀ ਕਰਦੇ ਹੋ, ਯਾਨੀ ਕਿਸੇ ਕਿੱਦਾਂ ਹੱਥ ਪਰਾਇਆ ਨਾਨਕਾ ਜਿੱਦਾਂ ਕਹਿੰਦੇ ਨਾ ਕਿ ਮੈਂ ਝੂਠ ਬੋਲ ਕੇ ਜੇਬ ਤੋਂ ਪੈਸਾ ਕਢਾ ਲਿਆ, ਝੂਠ ਬੋਲ ਕੇ ਲੁੱਟ ਲਿਆ, ਤਾਂ ਫਿਰ ਇੱਧਰੋਂ ਤੁਸੀਂ ਆਉਂਦੇ ਹੋ, ਉੱਧਰੋਂ ਤੁਹਾਨੂੰ ਫੋਨ ਆਇਆ ਤੁਹਾਡਾ ਫਲਾਣਾ ਨੁਕਸਾਨ ਹੋ ਗਿਆ। ਬੰਦਾ ਕਹਿੰਦਾ ਹਾਏ ਮੇਰਾ ਨੁਕਸਾਨ ਕਿੱਦਾਂ ਹੋ ਗਿਆ, ਕਾਹਤੇ ਹੋ ਗਿਆ? ਜੋੜ ਕੇ ਦੇਖੋ, ਕਿਤੇ ਮੈਂ ਆਪਣਾ ਫਾਇਦਾ ਸੋਚਿਆ ਸੀ, ਉੱਧਰ ਨੁਕਸਾਨ ਵੀ ਮੇਰਾ ਹੋ ਗਿਆ। ਇਹ ਜੁੜੀਆਂ ਹੋਈਆਂ ਚੀਜ਼ਾਂ ਹੈ, ਪਰ ਹੁੰਦੀਆਂ ਕਿੱਦਾਂ ਹੈ? ਇੱਥੇ ਕਰਦੇ ਹਾਂ, ਕੁਝ ਘੰਟਿਆਂ ਬਾਅਦ, ਕੁਝ ਦਿਨਾਂ ਬਾਅਦ ਉਹ ਚੀਜ਼ ਸਾਹਮਣੇ ਆਉਂਦੀ ਤਾਂ ਬੰਦਾ ਭੁੱਲ ਹੀ ਜਾਂਦਾ ਕਿ ਮੈਂ ਕੀ ਕੀਤਾ ਸੀ ਜਿਹਦੇ ਬਦਲੇ ਮੈਨੂੰ ਇਹ ਮਿਲਿਆ ਸੀ। ਤੁਸੀਂ ਸਤਸੰਗ ਵਿੱਚ ਬੈਠਦੇ ਹੋ, ਘਰ ਜਾਂਦੇ ਹੋ, ਅਗਲੇ ਦਿਨ ਹੀ ਤੁਹਾਨੂੰ ਕੋਈ ਨਵਾਂ ਆਰਡਰ ਮਿਲ ਜਾਂਦਾ ਹੈ, ਅਗਲੇ ਦਿਨ ਹੀ ਤੁਹਾਨੂੰ ਕੋਈ ਗੁੱਡ ਨਿਊਜ਼ ਮਿਲ ਜਾਂਦੀ ਹੈ। ਹੁਣ ਬੰਦਾ ਕਹਿੰਦਾ ਮੈਨੂੰ ਗੁੱਡ ਨਿਊਜ਼ ਮਿਲੀ, ਪਰ ਇਹ ਨਹੀਂ ਦੇਖਿਆ ਮੈਂ ਕੁਝ ਐਸਾ ਪਿਛਲੇ ਦਿਨਾਂ 'ਚ ਕੀਤਾ ਸੀ ਜਿਹਦੇ ਕਰਕੇ ਇਹ ਗੁੱਡ ਨਿਊਜ਼ ਮੇਰੇ ਤੱਕ ਆਈ ਹੈ। ਤੁਸੀਂ ਕਿਸੇ ਭੁੱਖੇ ਨੂੰ ਖਾਣਾ ਖਿਲਾ ਦਿੱਤਾ, ਉਸ ਤੋਂ ਬਾਅਦ ਅਚਾਨਕ ਤੁਹਾਨੂੰ ਫੋਨ ਆਉਂਦਾ ਹੈ ਕਿ ਭਈ ਆਹ ਚੀਜ਼ ਇੱਦਾਂ ਹੋ ਗਈ। ਯਾਨੀ ਦੇਖੋ ਕੋਈ ਨਾ ਕੋਈ ਗੁੱਡ ਨਿਊਜ਼ ਅੱਛਾ ਕਰਨ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ, ਕੁਝ ਚਾਹੇ ਘੰਟਿਆਂ ਦੇ ਅੰਦਰ, ਚਾਹੇ ਦਿਨਾਂ ਦੇ ਅੰਦਰ, ਤੁਹਾਨੂੰ ਗੁੱਡ ਨਿਊਜ਼ ਕੁਝ ਨਾ ਕੁਝ ਜ਼ਰੂਰ ਮਿਲੇਗੀ ਜਿਹਦੇ ਨਾਲ ਤੁਹਾਨੂੰ ਲੱਗੇਗਾ ਲੈ ਵੀ ਮੇਰੇ ਜੀਵਨ 'ਚ ਕੁਝ ਅੱਛਾ ਹੋਇਆ। ਤਾਂ ਜਦੋਂ ਜੀਵਨ ਦੇ ਵਿੱਚ ਕੋਈ ਬੈਡ ਨਿਊਜ਼ ਮਿਲੇ, ਕੋਈ ਬੁਰਾ ਹੋਵੇ, ਤਾਂ ਫਿਰ ਸੋਚਣ ਦੀ ਕੋਸ਼ਿਸ਼ ਕਰੋ ਮੈਂ ਕਿੱਥੇ ਕੀ ਬੁਰਾ ਕੀਤਾ ਹੈ, ਕਿਉਂਕਿ ਇਹ ਕੋਈ ਗੁਆਂਢੀ ਨਹੀਂ ਭੇਜ ਰਿਹਾ, ਇਹ ਪ੍ਰਮਾਤਮਾ ਨਹੀਂ ਭੇਜ ਰਿਹਾ, ਇਹ ਕੋਈ ਇੱਧਰ ਉੱਧਰ ਮੇਰੇ ਤੇ ਕੋਈ ਜਾਦੂ ਟੂਣਾ ਨਹੀਂ ਕਰ ਰਿਹਾ, ਬਲਕਿ ਕਿਤੇ ਨਾ ਕਿਤੇ ਮੇਰਾ ਬੀਜਿਆ ਹੋਇਆ ਬੀਜ ਸੀ ਜਿਹੜਾ ਅੱਜ ਮੇਰੇ ਸਾਹਮਣੇ ਆ ਰਿਹਾ। ਇਸ ਲਈ ਇਹਨੂੰ ਕਹਿੰਦੇ ਆ ਕਰਨੀ ਆਪੋ ਆਪਣੀ, ਜਾਂ ਇਹਨੂੰ ਕਹਿੰਦੇ ਆ ਜੈਸਾ ਬੀਜੇ ਸੋ ਲੁਣੇ। ਸਮਝਦੇ ਹੋ ਕਿ ਨਹੀਂ? ਅੱਜ ਅਸੀਂ ਕਿਸੇ ਨੂੰ ਗਾਲਾਂ ਕੱਢਦੇ ਹਾਂ, ਅੱਜ ਅਸੀਂ ਕਿਸੇ ਨੂੰ ਗੁੱਸੇ 'ਚ ਬੁਰਾ ਬੋਲਦੇ ਹਾਂ। ਹੁਣ ਅਸੀਂ ਉਹ ਚੀਜ਼ ਭੁੱਲ ਜਾਂਦੇ, ਕਿਉਂਕਿ ਜਦੋਂ ਬੰਦਾ ਕੁਝ ਦੂਜੇ ਨਾਲ ਕਰਦਾ ਉਹਨੂੰ ਯਾਦ ਨਹੀਂ ਰੱਖਦਾ। ਬੰਦਾ ਕੋਈ ਦੂਜਾ ਬੋਲੇ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਕਿ ਉਹਨਾਂ ਮੈਨੂੰ ਗਾਲ ਕੱਢੀ ਸੀ, ਉਹ ਸਾਰੀ ਜ਼ਿੰਦਗੀ ਯਾਦ ਰੱਖਣਾ। ਪਰ ਮੈਂ ਕਿੰਨਿਆਂ ਨੂੰ ਬੁਰਾ ਬੋਲਿਆ, ਕਿੰਨਿਆਂ ਨੂੰ ਗਾਲੀਆਂ ਕੱਢੀਆਂ, ਉਹ ਕਦੀ ਯਾਦ ਨਹੀਂ ਰਹਿੰਦੀਆਂ। ਫਿਰ ਅੱਗੇ ਜਾ ਕੇ ਇਨਸਾਨ ਦੇ ਕੋਈ ਸੱਟ ਚੋਟ ਲੱਗਦੀ ਹੈ ਤਾਂ ਫਿਰ ਕੀ ਹੁੰਦਾ ਹੈ? ਬੰਦਾ ਕਹਿੰਦਾ ਮੇਰੇ ਕਿਉਂ ਲੱਗੀ ਹੈ, ਮੈਂ ਤਾਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ। ਹੁਣ ਜਦੋਂ ਕਿਹਾ ਹੀ ਨਾ ਹੋਵੇ, ਜਿੱਦਾਂ ਕਹਿੰਦੇ ਨਾ ਹਜ਼ਰਤ ਉਮਰ ਦੇ ਕੋਲੇ ਅਰਬ ਦਾ ਇੱਕ ਕਾਨੂੰਨ ਹੈ ਕਿ ਜਦੋਂ ਕੋਈ ਚੋਰ ਹੁੰਦਾ ਹੈ ਨਾ, ਤਾਂ ਜਦੋਂ ਚੋਰੀ ਕਰਦਾ ਫੜਿਆ ਜਾਂਦਾ ਤੇ ਹੱਥ ਵੱਢੇ ਜਾਂਦੇ ਆ, ਹੱਥ ਵੱਢ ਦਿੱਤੇ ਜਾਂਦੇ ਉਹਦੇ। ਤਾਂ ਹੀ ਤਾਂ ਅਰਬ ਦੇਸ਼ ਵਿੱਚ ਚੋਰ ਮਿਲਦਾ ਹੀ ਨਹੀਂ ਕੋਈ ਵੀ, ਕਿਉਂਕਿ ਕਾਨੂੰਨ ਬੜੇ ਸਖਤ ਹੈ। ਔਰ ਜਿੱਥੇ ਜਿੰਨੇ ਜ਼ਿਆਦਾ ਸਖਤ ਕਾਨੂੰਨ ਹੁੰਦੇ ਉੱਥੇ ਡਰ ਵੀ ਉਨਾ ਹੀ ਹੁੰਦਾ ਹੈ। ਹਜ਼ਰਤ ਉਮਰ ਦੇ ਸਮੇਂ ਦੀ ਗੱਲ ਹੈ ਕਿ ਇੱਕ ਨੌਜਵਾਨ ਚੋਰੀ ਕਰਦਾ ਫੜਿਆ ਗਿਆ, ਤਾਂ ਕਾਜੀ ਨੇ ਉਹਦੇ ਹੱਥ ਕੱਟਣ ਦੀ ਸਜ਼ਾ ਦਿੱਤੀ ਕਿ ਹੱਥ ਕੱਟ ਦਿਓ। ਹੁਣ ਜਦੋਂ ਹੱਥ ਕੱਟਣ ਲੱਗੇ ਤਾਂ ਰੋਣ ਲੱਗ ਪਿਆ ਨੌਜਵਾਨ ਕਿ ਮੈਨੂੰ ਬਾਦਸ਼ਾਹ ਕੋਲ ਲੈ ਕੇ ਜਾਓ, ਖਲੀਫਾ ਕੋਲ ਲੈ ਕੇ ਜਾਓ, ਹਜ਼ਰਤ ਉਮਰ ਦੇ ਕੋਲ, ਕਿਉਂਕਿ ਛੋਟੇ ਮੋਟੇ ਕੇਸ ਤਾਂ ਜਿੱਦਾਂ
ਅਦਾਲਤਾਂ ਵਿੱਚ ਹੀ ਕਰ ਦਿੰਦੇ। ਹੁਣ ਸਿੱਧਾ ਬੰਦੇ ਨੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕੋਲ ਥੋੜੀ ਜਾਣਾ ਹੈ। ਇਹ ਤਾਂ ਅਦਾਲਤਾਂ ਹੀ ਕਰ ਦਿੰਦੀਆਂ ਕਿ ਲੈ ਵੀ ਇਸ ਸ਼ਹਿਰ ਦੇ ਵਿੱਚ ਪਾਪ ਹੋਇਆ, ਚੋਰੀ ਹੋਈ, ਤਾਂ ਜਿਹੜਾ ਇਸ ਸ਼ਹਿਰ ਦਾ ਕਾਜ਼ੀ ਹੈ, ਜੱਜ ਹੈ, ਉਹੀ ਸਜ਼ਾ ਦੇ ਦੇਵੇ। ਹੁਣ ਜਦੋਂ ਉਹਨੂੰ ਹੱਥ ਕੱਟਣ ਦੀ ਸਜ਼ਾ ਹੋਈ ਤਾਂ ਬੜਾ ਰੋਇਆ, ਕਹਿੰਦਾ ਮੈਨੂੰ ਹਜ਼ਰਤ ਉਮਰ ਕੋਲ ਲੈ ਕੇ ਜਾਓ। ਤਾਂ ਉਹਨਾਂ ਨੇ ਕਿਹਾ ਚੱਲ ਭਈ ਇੱਕ ਵਾਰ ਲੈ ਹੀ ਜਾਂਦੇ ਹਾਂ। ਤਾਂ ਹਜ਼ਰਤ ਉਮਰ ਦੇ ਕੋਲ ਗਏ। ਹਜ਼ਰਤ ਉਮਰ ਕਹਿੰਦੇ ਕਿਉਂ ਰੋ ਰਹੇ ਆ ਬਈ? ਕਹਿੰਦਾ ਜੀ ਮੈਨੂੰ ਹੁਕਮ ਹੋਇਆ ਕਾਜੀ ਦਾ ਕਿ ਹੱਥ ਕੱਟਿਆ ਜਾਵੇ। ਤਾਂ ਹਜ਼ਰਤ ਉਮਰ ਕਹਿੰਦੇ ਤੂੰ ਚੋਰੀ ਨਹੀਂ ਕੀਤੀ? ਤੈਨੂੰ ਪਤਾ ਜਦ ਚੋਰੀ ਕਰਨ ਦਾ ਇੱਕ ਕਾਨੂੰਨ ਹੈ ਕਿ ਜਿਹੜਾ ਚੋਰੀ ਕਰੇਗਾ ਉਹਦੇ ਹੱਥ ਵੱਢੇ ਜਾਣਗੇ, ਤਾਂ ਫਿਰ ਤੂੰ ਜੁਰਮ ਕੀਤਾ, ਸਜ਼ਾ ਤਾਂ ਮਿਲਣੀ ਹੈ। ਕਹਿੰਦਾ ਨਹੀਂ ਹਜ਼ਰਤ, ਮੈਂ ਰੋ ਤਾਂ ਰਿਹਾ, ਮੈਂ ਪਹਿਲੀ ਵਾਰ ਕੀਤੀ ਹੈ, ਪਹਿਲੀ ਵਾਰ ਕੀਤੀ ਹੈ, ਇਸ ਕਰਕੇ ਮੈਨੂੰ ਮਾਫੀ ਮਿਲਣੀ ਚਾਹੀਦੀ ਹੈ। ਤਾਂ ਹਜ਼ਰਤ ਉਮਰ ਨੇ ਹੱਸ ਕੇ ਕਿਹਾ ਉਹ ਝੂਠ ਨਾ ਬੋਲ ਕਿ ਪਹਿਲੀ ਵਾਰ ਕੀਤੀ ਹੈ, ਕਿਉਂਕਿ ਪਹਿਲੀ ਵਾਰ ਤਾਂ ਮੇਰਾ ਰੱਬ ਕਿਸੇ ਨੂੰ ਫੜਦਾ ਹੀ ਨਹੀਂ ਹੈ। ਜਦੋਂ ਫੜਿਆ ਜਾਂਦਾ ਬੰਦਾ ਫਿਰ ਕਹਿੰਦਾ ਹੈ ਇਹ ਤੂੰ ਚੋਰੀ ਕਈ ਵਾਰ ਕੀਤੀ ਹੈ, ਤੂੰ ਮੇਰੇ ਸਾਹਮਣੇ ਝੂਠ ਬੋਲ ਸਕਦਾ ਹੈ ਪਰ ਉਹਦੇ ਸਾਹਮਣੇ ਝੂਠ ਨਹੀਂ ਚੱਲਣਾ, ਕਿਉਂਕਿ ਉਹ ਇੰਨਾ ਰਹੀਮ ਹੈ, ਇੰਨਾ ਕਰੀਮ ਹੈ, ਇੰਨਾ ਬਖਸ਼ਣਹਾਰ ਹੈ, ਪਹਿਲੀ ਵਾਰ ਤਾਂ ਕਿਸੇ ਨੂੰ ਉਹ ਫੜਦਾ ਹੀ ਨਹੀਂ ਹੈ। ਤੈਨੂੰ ਕਈ ਮੌਕੇ ਉਹਨੇ ਦਿੱਤੇ ਹੋਣਗੇ, ਤੂੰ ਕੀਤੀ ਹੋਏਗੀ, ਤੈਨੂੰ ਅਹਿਸਾਸ ਵੀ ਹੋਇਆ ਹੋਏਗਾ ਮੈਂ ਗਲਤ ਕੀਤਾ, ਫਿਰ ਵੀ ਤੂੰ ਉਹਦੀ ਅੰਦਰੋਂ ਆਵਾਜ਼ ਨਹੀਂ ਸੁਣੀ ਔਰ ਕਰਦਾ ਗਿਆ, ਅੱਜ ਫੜਿਆ ਗਿਆ ਤਾਂ ਹੁਣ ਸਜ਼ਾ ਤਾਂ ਤੈਨੂੰ ਮਿਲਣੀ ਲਾਜ਼ਮੀ ਹੈ। ਜਦੋਂ ਇੰਨੀ ਗੱਲ ਕਹੀ ਤਾਂ ਹਜ਼ਰਤ ਉਮਰ ਦੇ ਚਰਨਾਂ 'ਚ ਪੈ ਗਿਆ। ਕਹਿੰਦੇ ਗੱਲ ਤਾਂ ਸੱਚੀ ਹੈ, ਕੀਤੀ ਤਾਂ ਮੈਂ ਬਹੁਤ ਵਾਰ ਹੈ ਪਰ ਫੜਿਆ ਅੱਜ ਗਿਆ। ਕਹਿੰਦੇ ਫਿਰ ਕਿਉਂ ਕਹਿ ਰਹੇ ਸੀ ਪਹਿਲੀ ਵਾਰ ਕੀਤੀ ਹੈ? ਕਹਿੰਦਾ ਮੈਂ ਸੋਚਿਆ ਸ਼ਾਇਦ ਤੁਸੀਂ ਮੇਰੀ ਗੱਲ ਮੰਨ ਲਓਗੇ। ਉਹ ਕਹਿੰਦੇ ਜੇ ਮੈਂ ਹੁੰਦਾ ਨਾ ਆਪ ਸ਼ਾਇਦ ਤੇਰੀ ਗੱਲ ਮੰਨ ਲੈਂਦਾ, ਪਰ ਜਦੋਂ ਮੈਂ ਆਪਣੇ ਰੱਬ ਨੂੰ ਜਾਣਦਾ ਹਾਂ ਤਾਂ ਉਦੋਂ ਮੈਂ ਇੱਕ ਗੱਲ ਇਹ ਵੀ ਜਾਣਦਾ ਕਿ ਪਹਿਲੀ ਵਾਰ ਉਹ ਕਿਸੇ ਨੂੰ ਸਜ਼ਾ ਦਿੰਦਾ ਹੀ ਨਹੀਂ ਹੈ। ਜਿਹੜਾ ਬੰਦਾ ਕਹਿੰਦਾ ਨਾ ਜਾ ਪਹਿਲੀ ਵਾਰ ਮਾਫ ਕੀਤਾ, ਦੂਜੀ ਵਾਰ ਮਾਫ ਕੀਤਾ, ਪਰ ਜੇ ਹੁਣ ਬੰਦਾ ਕਰੀ ਜਾਵੇ ਤਾਂ ਇੱਕ ਵਕਤ ਆਉਂਦਾ ਜਦੋਂ ਕੁਦਰਤ ਵੀ ਉਹਨੂੰ ਸਜ਼ਾ ਦਿੰਦੀ ਹੈ। ਸਮਝ ਰਹੇ ਹੋ? ਇਸ ਲਈ ਇਹ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਕਿ ਜੀਵਨ 'ਚ ਅਸੀਂ ਖੁਸ਼ੀ ਚਾਹੁੰਦੇ ਹਾਂ ਤਾਂ ਯਾਦ ਰੱਖੋ ਖੁਸ਼ੀਆਂ ਵੀ ਕਿਸੇ ਸਾਡੀ ਕਰਨੀ ਨਾਲ ਜੁੜੀਆਂ ਹੁੰਦੀਆਂ ਹੈ, ਪਰ ਪਰੇਸ਼ਾਨੀਆਂ, ਤਕਲੀਫਾਂ, ਦੁੱਖ ਵੀ ਸਾਡੀ ਕਰਨੀ ਨਾਲ ਜੁੜੇ ਹੁੰਦੇ ਆ। ਸਮਝ ਆ ਰਿਹਾ ਕਿ ਨਹੀਂ? ਕਰਨੀ ਕਰਨ ਲੱਗੇ ਬੰਦਾ ਸੋਚਦਾ ਨਹੀਂ ਹੈ, ਸਟੈਪ ਉਠਾਉਣ ਲੱਗੇ ਬੰਦਾ ਸੋਚਦਾ ਨਹੀਂ ਹੈ, ਕਦਮ ਵਧਾਉਣ ਲੱਗੇ ਬੰਦਾ ਸੋਚਦਾ ਨਹੀਂ ਹੈ। ਜਦੋਂ ਹੋ ਜਾਂਦਾ ਹੈ ਤੇ ਬਾਅਦ 'ਚ ਇਨਸਾਨ ਪਛਤਾਉਂਦਾ ਹੈ। ਪਰ ਕਹਿੰਦੇ ਤਬ ਪਛਤਾਏ ਕਿਆ ਹੋਗਾ ਜਬ ਚਿੜੀਆ ਚੁੱਗ ਗਈ। ਇਸ ਲਈ ਇਹ ਤਾਂ ਵਕਤ ਰਹਿੰਦੇ ਬੰਦਾ ਥੋੜੇ ਆਪਣੇ ਆਪ ਨੂੰ ਸੰਭਾਲੇ ਕਿ ਮੈਂ ਉਹ ਮਿਹਨਤ ਕਰਾਂ, ਉਹ ਕਰਨੀ ਕਰਾਂ, ਉਸ ਰਸਤੇ ਚਲਾਂ ਕਿ ਆਪਣੇ ਮਾਲਿਕ ਨੂੰ ਮੈਂ ਖੁਸ਼ ਕਰ ਸਕਾਂ, ਕਿਉਂਕਿ ਉਹਦੀ ਖੁਸ਼ੀ ਦੇ ਨਾਲ ਹੀ ਇਹ ਯਾਦ ਰੱਖੋ ਤੁਹਾਡੀਆਂ ਖੁਸ਼ੀਆਂ ਜੁੜੀਆਂ ਹੋਈਆਂ। ਸਮਝਦੇ ਹੋ ਕਿ ਨਹੀਂ? ਜਦੋਂ ਉਹ ਖੁਸ਼ ਹੋਏਗਾ ਤਾਂ ਫਿਰ ਤੁਸੀਂ ਕੀ ਜਾਣਦੇ ਹੋ? ਉਹ ਖੁਸ਼ ਹੋਏਗਾ ਤਾਂ ਤੁਹਾਡੇ ਜੀਵਨ 'ਚ ਕਿੰਨੀਆਂ ਖੁਸ਼ੀਆਂ ਆਉਣਗੀਆਂ ਉਹਦਾ ਤਾਂ ਅੰਦਾਜ਼ਾ ਬੰਦਾ ਲਗਾ ਹੀ ਨਹੀਂ ਸਕਦਾ। ਇਸ ਲਈ ਥੋੜਾ ਜਿਹਾ ਬੰਦਾ ਵਿਚਾਰ ਕਰਕੇ ਦੇਖੇ ਇਹ ਚੀਜ਼ ਬਾਰੇ ਤਾਂ ਬੰਦੇ ਦੇ ਮੂਹਰੇ ਸਾਰੇ ਰਾਜ ਖੁੱਲਦੇ ਚਲੇ ਜਾਂਦੇ। ਸਮਝਦੇ ਹੋ ਕਿ ਨਹੀਂ? ਹੁਣ ਜਿੱਦਾਂ ਸਮਝ ਲਓ ਕਿ ਬੰਦਾ ਕਹਿੰਦਾ ਨਾ ਕਿ ਇਹ ਬਾਦਸ਼ਾਹ ਹੈ, ਹੁਣ ਜਿਹੜਾ ਉਹ ਕਰਮ ਕਰੇਗਾ ਬਾਦਸ਼ਾਹ ਖੁਸ਼ ਹੋ ਜਾਏਗਾ ਤਾਂ ਬਾਦਸ਼ਾਹ ਫਿਰ ਉਹਨੂੰ ਕੀ ਕੁਛ ਦੇਵੇਗਾ? ਇੱਕ ਕਵਾਲ, ਇੱਕ ਨੱਚਣ ਵਾਲਾ, ਜਾਂ ਇੱਕ ਐਸੀ ਦੇਖਦੇ ਕੋਈ ਸ਼ਾਇਰ, ਕੋਈ ਕਵੀ ਅਗਰ ਬਾਦਸ਼ਾਹ ਦੇ ਦਰਬਾਰ 'ਚ ਜਾ ਕੇ ਕੋਈ ਕਵਿਤਾ ਗਾਉਂਦਾ ਹੈ, ਕੋਈ ਆਪਣਾ ਨਾਚ ਦਿਖਾਉਂਦਾ ਹੈ, ਕੋਈ ਆਪਣਾ ਗਾਣਾ ਗਾਉਂਦਾ ਹੈ, ਜਿੱਦਾਂ ਤਾਨਸੈਨ ਸੀ ਅਕਬਰ ਦੇ ਦਰਬਾਰ 'ਚ। ਹੁਣ ਜਦੋਂ ਵੀ ਉਹ ਕੋਈ ਰਾਗ ਅਲਾਪਦਾ ਸੀ ਤਾਂ ਕਿਸ ਵਾਸਤੇ ਅਲਾਪਦਾ ਸੀ? ਕਿ ਬਾਦਸ਼ਾਹ ਖੁਸ਼ ਹੋਵੇ, ਕਿਉਂਕਿ ਜਦੋਂ ਬਾਦਸ਼ਾਹ ਖੁਸ਼ ਹੁੰਦਾ ਸੀ ਬਾਦਸ਼ਾਹ ਕੀ ਕਰਦਾ ਸੀ? ਕਹਿੰਦੇ ਹੀਰੇ ਮੋਤੀਆਂ ਦੇ ਉੱਤੇ ਬਰਸਾਤ ਕਰਦਾ ਸੀ। ਲੈ ਤਾਨਸੈਨ, ਹੁਣ ਤੁਸੀਂ ਕਦੀ ਦੇਖਿਆ ਨਾ ਸਟੇਜਾਂ ਤੇ ਕੋਈ ਸਿੰਗਰ ਗਾਉਂਦਾ ਹੈ, ਜਿਹੜਾ ਗੱਲ ਤੁਹਾਨੂੰ ਚੰਗੀ ਲੱਗੇ ਤੁਸੀਂ ਜੇਬ 'ਚੋਂ ਪੈਸੇ ਕੱਢਦੇ ਹੋ ਜਾ ਕੇ ਸੁੱਟਦੇ ਉੱਤੇ, ਕਿਉਂਕਿ ਤੁਹਾਨੂੰ ਕੁਝ ਚੰਗਾ ਲੱਗਾ, ਤੁਹਾਡਾ ਦਿਲ ਖੁਸ਼ ਹੋਇਆ ਤਾਂ ਤੁਸੀਂ ਉੱਤੇ ਨੋਟਾਂ ਦੀ ਬਰਸਾਤ ਕਰਤੀ। ਜਦੋਂ ਤੁਸੀਂ ਕੁਝ ਐਸਾ ਕਰੋਗੇ ਤੁਹਾਡਾ ਮਾਲਿਕ ਖੁਸ਼ ਹੋਏਗਾ ਤਾਂ ਤੁਹਾਡੇ ਤੇ ਰਹਿਮਤਾਂ ਦੀ ਬਰਸਾਤ ਹੋਏਗੀ, ਖੁਸ਼ੀਆਂ ਦੀ ਬਰਸਾਤ ਹੋਏਗੀ। ਹੁਣ ਬੰਦਾ ਖੁਸ਼ੀ ਤਾਂ ਲੱਭਦਾ ਹੈ ਪਰ ਉਹ ਕੰਮ ਕਰਨ ਨੂੰ ਤਿਆਰ ਨਹੀਂ ਹੈ ਕਿ ਜਿਹੜਾ ਮੇਰਾ ਮਾਲਿਕ ਖੁਸ਼ ਹੋਵੇ। ਔਰ ਜਦ ਤੱਕ ਉਹ ਖੁਸ਼ ਨਹੀਂ ਹੋਏਗਾ ਤਾਂ ਸਭ ਸੁਖ ਦਾਤਾ ਰਾਮ ਹੈ ਦੂਸਰਾ ਨਾ ਹੈ। ਫਿਰ ਵੀ ਬੰਦਾ ਉਹ ਦਾਤੇ ਨੂੰ ਖੁਸ਼ ਕਰਨ ਦੀ ਬਜਾਏ ਜਿੱਥੋਂ ਖੁਸ਼ੀਆਂ ਦਾ ਭੰਡਾਰ ਹੈ ਬੰਦਾ ਕਿਹਨਾਂ ਨੂੰ ਖੁਸ਼ ਕਰਨ ਤੁਰਿਆ ਹੈ। ਸਮਝਦੇ ਹੋ ਕਿ ਨਹੀਂ? ਅੱਜ ਦੇਖਣ ਦਾ ਆਇਆ ਹੈ, ਕਈ ਵਾਰ ਸੋਚੀਦਾ ਹੈ, ਦੇਖੀਦਾ ਹੈ ਸੀ ਇਹ ਬੰਦਾ ਸੰਸਾਰ ਨੂੰ, ਰਿਸ਼ਤੇਦਾਰਾਂ ਨੂੰ ਦੇਖਿਆ ਨਾ, ਕਿਤੇ ਵਿਆਹ ਸ਼ਾਦੀ ਹੋਵੇ ਉਹ ਜੀ ਫਲਾਣੇ ਕਹਿੰਦੇ ਸੀ ਇੱਦਾਂ ਕਰਨਾ, ਆਹ ਚੀਜ਼ ਪਾਣੀ ਹੈ, ਸਮਝਦੇ ਹੋ? ਆਹ ਚੀਜ਼ ਬਣਾਉਣੀ, ਇੰਨੀਆਂ ਆਈਟਮਾਂ ਹੋਣੀਆਂ ਚਾਹੀਦੀਆਂ। ਕਰਜ਼ੇ ਚੱਕ ਕੇ ਬੰਦਾ ਕਰਦਾ ਹੈ, ਰਿਸ਼ਤੇਦਾਰ ਆਉਂਦੇ ਹੈ ਉਹਦੇ ਵਿਚਾਰੇ ਸਿਰ ਲੱਖਾਂ ਕਰਜ਼ਾ ਚੜ ਜਾਂਦਾ ਹੈ, ਰਿਸ਼ਤੇਦਾਰ ਆਉਂਦੇ ਖਾ ਪੀ ਉਹ ਬਾਕੀ ਤਾਂ ਸਭ ਠੀਕ ਹੈ, ਆਹ ਦਾਲ 'ਚ ਨਮਕ ਠੀਕ ਨਹੀਂ ਸੀ, ਆਹ ਗੋਲ ਗੱਪੇ ਚਟਨੀ 'ਚ ਮਿਰਚਾਂ ਬੜੀਆਂ।
ਉਹ ਫਿਰ ਨਹੀਂ ਖੁਸ਼ ਹੋਏ, ਉਹਨਾਂ ਕਰਜ਼ਾ ਵੀ ਚੜਾ ਲਿਆ, ਖੁਸ਼ੀ ਫਿਰ ਨਹੀਂ ਮਿਲੀ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਸਾਰਿਆਂ ਨੂੰ ਖੁਸ਼ ਕਦੀ ਕਰ ਹੀ ਨਹੀਂ ਸਕਦੇ। ਸਮਝਦੇ ਹੋ ਕਿ ਨਹੀਂ? ਹੁਣ ਸਾਡੇ ਜੀ ਸਤਸੰਗ ਦੇ ਵਿੱਚ ਜੇ ਹਜ਼ਾਰਾਂ ਜੀਵ ਆਉਂਦੇ ਹੋਣਗੇ ਨਾ, ਤਾਂ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਮਾਲਕਾਂ ਦਾ ਗਿਆਨ ਕੀ ਹੈ। ਲੈ ਇੱਥੇ ਸਤਸੰਗ ਤਾੜੀਆਂ ਵੱਜਦੀਆਂ, ਤਾੜੀਆਂ ਸੁਣ ਗਈਆਂ, ਤੁਹਾਨੂੰ ਮਾਲਕਾਂ ਦਾ ਗਿਆਨ ਨਹੀਂ ਸੁਣਿਆ। ਜਿਹਨੇ ਜੀਵਨ ਬਦਲਣਾ ਉੱਧਰ ਧਿਆਨ ਨਹੀਂ ਗਿਆ, ਤਾਂ ਇਹ ਦੇਖ ਤਾੜੀਆਂ ਵੱਜਦੀਆਂ। ਸਮਝਦੇ ਹੋ ਕਿ ਨਹੀਂ? ਇੱਥੇ ਤਾਂ ਹੱਸਦੇ ਬੜੇ ਹੈ। ਅੱਛਾ ਬਈ ਹੁਣ ਰੋਈਏ, ਰੋਣਾ ਦੇਖਣਾ ਤਾਂ ਹਸਪੀਟਲਾਂ ਚਲੇ ਜਾਓ ਤੇ ਰੋਈ ਰਹੇ ਆ, ਸ਼ਮਸ਼ਾਨ ਘਾਟ ਚਲੇ ਜਾਓ ਰੋਈ ਰਹੇ। ਇਹ ਸ਼ਮਸ਼ਾਨ ਘਾਟ ਥੋੜੀ, ਇਹ ਤਾਂ ਆਨੰਦ ਦਾ ਘਾਟ ਹੈ। ਹੁਣ ਬੰਦਾ ਕਵੇ ਕਿ ਮੈਂ ਕੂਏ ਦੇ ਉੱਪਰ ਗਿਆ ਜਾਂ ਪਨਘੱਟ ਉੱਪਰ ਗਿਆ, ਤਾਂ ਉੱਥੇ ਘੜੇ ਹੀ ਮਿਲਣੇ ਆ, ਬਰਤਨ ਹੀ ਮਿਲਣੇ ਆ, ਕਿਉਂਕਿ ਪਤਾ ਇੱਥੋਂ ਇਹਨਾਂ ਬਰਤਨਾਂ 'ਚ ਪਾਣੀ ਲੈ ਕੇ ਜਾਣਾ, ਕਿਉਂਕਿ ਇਹ ਘਾਟ ਹੈ। ਜਿੱਦਾਂ ਕਹਿੰਦੇ ਨਾ ਹਸਪੀਟਲ 'ਚ ਕੀ ਮਿਲਣਾ, ਮਰੀਜ਼। ਰੇਲਵੇ ਸਟੇਸ਼ਨ ਤੇ ਕੀ ਮਿਲਣੇ ਆ, ਯਾਤਰੀ। ਸਮਝਦੇ ਹੋ ਕਿ ਨਹੀਂ? 에ਅਰਪੋਰਟ ਤੇ ਕੀ ਮਿਲਣੇ ਆ, ਜਿਹੜੇ ਜਾਣ ਵਾਲੇ ਪੈਸੇਂਜਰ। ਭਾਈ ਸਤਸੰਗ 'ਚ ਵੀ ਮਿਲਣੇ ਆ ਜਿਹੜੇ ਮਾਲਕ ਦੇ ਪ੍ਰੇਮੀ ਹੈ, ਆਨੰਦ ਲੈਣ ਆਏ ਹੈ। ਔਰ ਜਿਹੜੇ ਆਨੰਦ ਲੈਣ ਆਏ ਆ, ਫਿਰ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਤਾਂ ਆਣੀ ਹੈ ਕਿ ਨਹੀਂ? ਇਸ ਤਰ੍ਹਾਂ ਜੇ ਅਸੀਂ ਆਪਣੇ ਮਾਲਿਕ ਦੇ ਚਰਨਾਂ 'ਚ ਆ ਕੇ ਖੁਸ਼ ਨਹੀਂ ਹੋਣਾ, ਹੱਸਣਾ ਨਹੀਂ, ਮੁਸਕਰਾਣਾ ਨਹੀਂ, ਤਾਂ ਫਿਰ ਕਿੱਥੇ ਹੋਣਾ? ਪਰ ਕਈਆਂ ਨੂੰ ਇਹ ਸਮਝ ਨਹੀਂ ਆਉਂਦੀ। ਹਾਲਾਂਕਿ ਅਸੀਂ ਜਿੰਨਾ ਜਿੰਨਾ ਉਹ ਆਨੰਦ ਨੂੰ ਜਾਣਦੇ ਜਾ ਰਹੇ ਹਾਂ, ਅਸੀਂ ਇਹ ਪਾਉਂਦੇ ਕਿ ਰੋਣ ਵਾਲਾ ਉੱਥੇ ਪਹੁੰਚਦਾ ਹੀ ਨਹੀਂ ਹੈ। ਕਿਉਂਕਿ ਪ੍ਰਮਾਤਮਾ ਦਾ ਔਰ ਆਨੰਦ ਦਾ ਔਰ ਦੁੱਖ ਦਾ ਕੋਈ ਮੇਲ ਹੈ ਹੀ ਨਹੀਂ। ਜਿੱਦਾਂ ਕਹੀਏ ਨਾ ਤੰਦਰੁਸਤੀ ਦਾ ਔਰ ਬਿਮਾਰੀ ਦਾ ਕੋਈ ਮੇਲ ਨਹੀਂ ਹੁੰਦਾ, ਇਸੇ ਤਰ੍ਹਾਂ ਉਹ ਆਨੰਦ ਹੈ, ਉਹਨੂੰ ਪਰਮਾਨੰਦ ਕਿਹਾ ਗਿਆ ਹੈ, ਪਰਮ ਖੁਸ਼ੀ ਕਿਹਾ ਗਿਆ ਹੈ, ਪਰਮ ਸੁੱਖ ਕਿਹਾ ਗਿਆ ਹੈ। ਤਾਂ ਪਰਮ ਸੁੱਖ ਦਾ ਮੇਲ ਬੰਦਾ ਦੁਖੀ ਹੋ ਕੇ ਲੈ ਸਕਦਾ ਹੈ? ਪਰਮ ਸੁੱਖ ਤੱਕ ਪਹੁੰਚਣਾ ਤਾਂ ਅਸੀਂ ਹੱਸਦੇ ਮੁਸਕਰਾਉਂਦੇ ਹੀ ਪਹੁੰਚ ਸਕਦੇ ਹਾਂ। ਸਮਝਦੇ ਹੋ ਕਿ ਨਹੀਂ? ਇਸ ਲਈ ਕਿਹੜਾ ਉਸ ਆਨੰਦ ਤੱਕ ਪਹੁੰਚਣਾ ਚਾਹੁੰਦਾ ਹੈ? ਹੱਸ ਕੇ ਦਿਖਾਓ। ਇਹ ਚਿਹਰਿਆਂ ਦੇ ਕਿਉਂਕਿ ਗੱਲ ਚੱਲ ਰਹੀ ਸੀ ਕੱਲ ਵੀ ਕਿ ਕਾਫੀ ਟਾਈਮ ਹੋ ਗਿਆ, ਪਹਿਲੀ ਵਾਰ ਹੈ ਕਿ ਇੰਨੇ ਮਹੀਨੇ ਗੁਜ਼ਰ ਗਏ ਜਲੰਧਰ 'ਚ ਕੋਈ ਸਤਸੰਗ ਨਹੀਂ ਹੋਇਆ। ਸਮਝਦੇ ਹੋ ਨਹੀਂ? ਜਿਹਦਾ ਹਰ ਹਫ਼ਤੇ 15 ਦਿਨਾਂ ਬਾਅਦ ਜਲੰਧਰ 'ਚ ਇੱਕ ਦੋ ਸਤਸੰਗ, ਤਾਂ ਕਦੀ ਆਹ ਮੁਹੱਲੇ 'ਚ, ਕਦੀ ਉਹ ਮੁਹੱਲੇ 'ਚ, ਕਦੀ ਇਸ ਏਰੀਏ 'ਚ, ਕਦੀ ਉਸ ਏਰੀਏ 'ਚ। ਚਲੋ ਹੁਣ ਦੇਖਦੇ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਕਿਹੜੇ ਏਰੀਏ 'ਚ ਪਹਿਲਾਂ ਸਤਸੰਗ ਹੁੰਦਾ ਨਾ, ਉਹ ਵੀ ਦੇਖਦੇ ਹੋ, ਵਧੀਆ ਹੋਏਗਾ। ਇਸ ਕਰਕੇ ਇਹਨਾਂ ਜੀਵਾਂ ਨੇ ਬੇਨਤੀ ਕੀਤੀ, ਮਾਲਕੋ 10 ਮਿੰਟ ਖੜ੍ਹ ਜਾਓ ਜੀਵਾਂ 'ਚ, ਠੀਕ ਹੈ? ਇਹ ਤੁਹਾਨੂੰ ਪਤਾ ਖੜ੍ਹਦੇ ਘੱਟੇ ਹੁੰਦੇ ਅਸੀਂ, ਠੀਕ ਹੈ? ਸੋ ਖੁਸ਼ ਰਿਹਾ ਕਰੋ। ਔਰ ਇੱਦਾਂ ਦੀ ਕੋਸ਼ਿਸ਼, ਜਿੱਦਾਂ ਦੀ ਕੋਸ਼ਿਸ਼ ਇਹਨਾਂ ਕੀਤੀ ਹੈ ਨਾ, ਕਿੰਨੇ ਦਿਨਾਂ ਤੋਂ ਮਿਹਨਤ ਕੀਤੀ, ਇੱਦਾਂ ਦੀ ਕੋਸ਼ਿਸ਼ ਤੁਸੀਂ ਵੀ ਕਰਿਆ ਕਰੋ। ਅੱਛਾ ਤੂੰ ਤਾਂ ਦਿਖਾਇਆ ਨਹੀਂ ਕੋਈ ਸਟੈਪ ਨਹੀਂ, ਸੇਮ ਠੀਕ ਹੈ, ਚੱਲ ਕੋਈ ਨਹੀਂ, ਫਿਰ ਹੋ ਗਿਆ। ਦਰਬਾਰ ਤੇ ਆਇਆ ਤੇ ਜਗ੍ਹਾ ਵੀ ਥੋੜੀ ਸੀ ਨਾ, ਗਰਮੀ ਬਹੁਤ ਹੈ, ਨਾਲੇ ਇੱਥੇ ਆਵਾਜ਼ ਵੀ ਸਲੋ ਹੈ। ਦਰਬਾਰ ਤੇ ਸਪੈਸ਼ਲ ਲਾਵਾਂਗੇ ਤੁਹਾਡੇ ਵਾਸਤੇ, ਪੂਰੇ ਹਾਲ 'ਚ ਆਵਾਜ਼ ਗੂੰਜੇਗੀ, ਫਿਰ ਕਰੀਏ। ਪਾਪਾ ਥੋੜੀ ਦਿਨ ਹੋ ਗਏ ਸੀ ਤੇ ਇਦਾਂ ਗੁਜ਼ਰ ਗਏ ਸੀ, ਬਹੁਤ ਪਰੇਸ਼ਾਨ ਸੀਗੇ ਤੇ ਕਹਿੰਦੇ ਕਿ ਨਾ ਇੱਕ ਦਿਨ ਬਹੁਤ ਜ਼ਿਆਦਾ ਡਰ ਲੱਗਦਾ ਸੀਗਾ ਤੇ ਕਹਿੰਦੇ ਅਸੀਂ ਕਿਹਾ ਨਾ ਤੁਸੀਂ ਦੇ ਮਾਲਕੋ ਸਾਨੂੰ ਬਚਾਓ। ਤੇ ਕਹਿੰਦੇ ਮਾਲਕ ਜੀ ਤੁਹਾਡੇ ਆ ਗਏ, ਇਸ ਵੇਲੇ ਪੀਲਾ ਚੋੜਾ ਪਾਇਆ ਹੋਇਆ ਸੀਗਾ। ਔਰ ਕਹਿੰਦੇ ਇਹਦੀ ਮੰਮੀ ਨੇ ਇੰਨਾ ਥੈਂਕਸ ਕੀਤਾ, ਦੀਆਂ ਦੁਆਵਾਂ ਦਿੱਤੀਆਂ ਨਾ, ਕਹਿੰਦੇ ਅਸੀਂ ਸੌਂ ਕੇ ਨਹੀਂ ਸੀ ਦੇਖਿਆ 2 ਦਿਨ ਹੋ ਗਏ, ਬਹੁਤ ਜ਼ਿਆਦਾ ਰਹਿਮਤ ਹੋਈ ਪਿਤਾ ਜੀ। ਕਹਿੰਦੇ ਕਿਹਾ ਸੀ ਪੂਨਮ ਦੇ ਮਾਲਕ ਤਾਂ ਸਾਰਿਆਂ ਦੀ। ਠੀਕ ਹੈ, ਅੱਛੀ ਗੱਲ ਹੈ, ਹੋਣਾ ਚਾਹੀਦਾ। ਮਾਣ ਵੀ ਤਾਂ ਇਹੀ ਹੁੰਦਾ, ਮੇਰੇ ਮਾਲਕ ਮੇਰਾ ਸਾਰੇ ਕਰਦੇ ਹੈ, ਮਕਾਨ ਮੇਰਾ, ਜ਼ਮੀਨ ਮੇਰੀ, ਤੈਨੂੰ ਪਤਾ ਮੈਂ ਕੌਣ ਹੈ ਜਾਂ ਮੇਰਾ ਉਹ ਫਲਾਣਾ ਕੌਣ ਹੈ। ਮਾਣ ਤਾਂ ਇੱਕੋ ਚੀਜ਼ ਦਾ ਹੁੰਦਾ, ਬੰਦਾ ਜੇ ਪੂਰੇ ਹੱਕ ਨਾਲ ਕਹਿ ਸਕੇ ਮੇਰੇ ਮਾਲਕ ਹੈ ਮੇਰੇ, ਠੀਕ ਹੈ? ਵਾਕਈ ਜਦੋਂ ਇਹ ਬੰਦਾ ਹੱਕ ਉਹ ਕਰਦਾ ਨਾ ਪੂਰੇ, ਤਾਂ ਇਹ ਸੱਚਾਈ ਹੈ। ਕਿਉਂਕਿ ਜੇ ਮੈਂ ਸੋਚਾਂ ਅੱਖਾਂ ਬੰਦ ਕਰ ਜੱਗ ਵਿੱਚ ਕੌਣ ਹੈ ਮੇਰਾ, ਇਹ ਅੱਖਾਂ ਬੰਦ ਕਰਕੇ ਥੋੜ੍ਹੀ ਦੇਰ ਸੋਚੋ ਕਿ ਦੁਨੀਆ 'ਤੇ ਮੇਰਾ ਕੌਣ ਹੈ, ਕੀ ਹੈ ਮੇਰਾ। ਅੱਛਾ ਦੇਖੋ ਫਿਰ ਕੀ ਨਜ਼ਰ ਆਉਂਦਾ ਤੁਹਾਨੂੰ, ਕੀ ਨਜ਼ਰ ਆਉਂਦਾ? ਬੰਦਾ ਸੋਚੇ ਮਾਲਕ ਜੀ ਨਜ਼ਰ ਆਉਂਦੇ, ਮਾਲਕਾਂ ਦੀ ਖਾਤਰ ਕਰਦੇ ਕੀ ਤੁਸੀਂ? ਕਰਦੇ ਆਪਣੇ ਇੱਥੇ ਬੰਦੇ ਖੜੇ ਹੋ, ਜਨਾਨੀਆਂ ਜਾਂ ਬੱਚਿਆਂ ਦੇ ਪਿੱਛੇ, ਮਕਾਨ ਕੰਮ ਕਾਰ, ਇਹ ਜਨਾਨੀਆਂ ਬੰਦੇ, ਨਜ਼ਰ ਮਾਲਕ ਆਉਂਦੇ ਤਾਂ ਮਾਲਕ ਦੀ ਖਾਤਰ ਕੀ ਕਰਦੇ ਅਸੀਂ? ਕਦੀ 10 ਮਿੰਟ ਆ ਕੇ ਇਹੀ ਕਹਿੰਦੇ ਕਿ ਚਲੋ ਟਾਈਮ ਕੱਢ ਕੇ ਸੇਵਾ ਚਾਹੀਏ, ਸੇਵਾ ਕਰੀਏ ਮਾਲਕਾਂ ਦੀ, ਜਾਂ ਕੁਛ ਐਸਾ ਕਰੀਏ ਮਾਲਕ ਉਹ ਨਹੀਂ। ਸਾਰੀ ਜ਼ਿੰਦਗੀ ਉਹਦੇ ਪਿੱਛੇ ਲਾ ਦੇਣਾ ਜਿਹਦੀ ਤਸਵੀਰ ਹੀ ਅੱਖਾਂ ਮੂਹਰੇ ਨਜ਼ਰ ਨਹੀਂ ਆਣੀ। ਪਤਾ ਕਿ ਹੁਣ ਮੇਰੀ ਜਾਨ ਨਿਕਲ ਜਾਵੇ ਤਾਂ ਉਹ 2 ਮਿੰਟ ਜਾਂ 2 ਦਿਨ ਰੋ ਕੇ ਉਹਨਾਂ ਨੇ ਬਸ ਆਪਣੇ ਕੰਮਾਂ 'ਚ ਲੱਗ ਜਾਣਾ। ਸਮਝਦੇ ਹੋ ਕਿ ਨਹੀਂ? ਇੱਥੇ ਇਹ ਸਾਰੇ ਦਿੰਦੇ ਆ, ਅੱਖਾਂ ਬੰਦ ਕਰਦੇ ਆ, ਮਾਲਕ ਨਜ਼ਰ ਆਉਂਦੇ।
ਭਾਈ ਵਾਕਈ ਤੁਹਾਨੂੰ ਪਤਾ ਤੁਹਾਡਾ ਸੱਚਾ ਸਾਥੀ ਹੈ ਹੀ ਮਾਲਿਕ, ਤਾਂ ਫਿਰ ਕਿੱਥੇ ਭਟਕ ਰਹੇ ਹੋ? ਜੇ ਮੈਂ ਦੇਖਾਂ ਅੱਖਾਂ ਬੰਦ ਕਰ ਜੱਗ ਵਿੱਚ ਕੌਣ ਹੈ ਮੇਰਾ, ਮੁਰਸ਼ਦ ਮੇਰੇ ਮੀਤ ਪਿਆਰੇ ਦਿਸਦਾ ਮੁਖੜਾ ਤੇਰਾ। ਫਿਰ ਕਹਿੰਦੇ ਮੈਂ ਜਦੋਂ ਅੱਖਾਂ ਬੰਦ ਕਰਕੇ ਦੇਖਦਾ ਕਿ ਦੁਨੀਆ ਤੇ ਮੇਰਾ ਕੌਣ ਹੈ, ਤਾਂ ਕੋਈ ਹੋਰ ਨਜ਼ਰ ਨਹੀਂ ਆਉਂਦਾ। ਉਸ ਲਈ ਮੁਰਸ਼ਦ ਦੀ ਤਸਵੀਰ ਨਜ਼ਰ ਆਉਂਦੀ ਹੈ, ਉਹ ਸਤਿਗੁਰ ਦੀ ਤਸਵੀਰ ਨਜ਼ਰ ਆਉਂਦੀ ਹੈ ਕਿ ਮੁਰਸ਼ਦ ਮੇਰੇ ਮੀਤ ਪਿਆਰੇ ਦਿਸਦਾ ਮੁਖੜਾ ਤੇਰਾ, ਕਿਉਂਕਿ ਤੇਰਾ ਹੀ ਮੁਖੜਾ ਦੀਦਾ ਹੈ। ਫਿਰ ਜਗਤ ਦੀ ਚਿੰਤਾ ਵਿੱਚ ਕਿਉਂ ਆਪਣਾ ਆਪ ਗਵਾਵਾਂ, ਸ਼ੀਸ਼ ਇਹ ਦੇ ਕੇ ਜੇ ਤੂੰ ਮਿਲ ਜਾਏ ਹੱਸ ਕੇ ਸ਼ੀਸ਼ ਕਟਾਵਾਂ। ਕਹਿੰਦੇ ਜਦੋਂ ਨਜ਼ਰ ਹੀ ਤੂੰ ਆਉਂਦਾ ਹੈ ਹੀ ਤੂੰ, ਤਾਂ ਫਿਰ ਇਹ ਦੁਨੀਆ ਦੀ ਚਿੰਤਾ ਵਿੱਚ ਮੈਂ ਆਪਣਾ ਆਪ ਕਿਉਂ ਗਵਾ ਰਿਹਾ ਹਾਂ? ਕਿਉਂ ਇੰਨੀਆਂ ਟੈਨਸ਼ਨਾਂ ਲੈ ਕੇ, ਇੰਨੀਆਂ ਚਿੰਤਾਵਾਂ ਲੈ ਕੇ ਮੈਂ ਆਪਣੇ ਆਪ ਨੂੰ ਰੋਗ ਲਵਾ ਰਿਹਾ? ਠੀਕ ਹੈ, ਇਸ ਲਈ ਤਾਂ ਹੀ ਕਿਹਾ ਹੈ ਕਿ ਫਿਰ ਜਗਤ ਦੀ ਚਿੰਤਾ ਵਿੱਚ ਕਿਉਂ ਆਪਣਾ ਆਪ ਗਵਾਵਾਂ, ਸ਼ੀਸ਼ ਇਹ ਦੇ ਕੇ ਜੇ ਤੂੰ ਮਿਲ ਜਾਏ ਹੱਸ ਕੇ ਸ਼ੀਸ਼ ਕਟਾਵਾਂ। ਕਿ ਜੇ ਸਿਰ ਦੇ ਕੇ ਤੂੰ ਮਿਲਦਾ ਹੈ ਫਿਰ ਤਾਂ ਮੈਂ ਹੱਸ ਕੇ ਇਹ ਸਿਰ ਕਟਾਉਣ ਨੂੰ ਤਿਆਰ, ਸ਼ੀਸ਼ ਲਹਾਉਣ ਨੂੰ ਤਿਆਰ। ਇਸ ਲਈ ਤਾਂ ਬੁੱਲੇ ਸ਼ਾਹ ਕਹਿੰਦੇ ਹੈ ਕਿ ਜਾਂ ਸੁਲਤਾਨ ਬਾਹੂ ਨੇ ਵੀ ਕਿਹਾ, ਜੇ ਸਿਰ ਦਿੱਤਿਆ ਰੱਬ ਮਿਲ ਜਾਵੇ ਬਾਹੂ ਤਾਂ ਉਸ ਮੌਤੋਂ ਕੀ। ਗੱਲ ਤਾਂ ਉਹ ਵੀ ਸਿਰ ਦੀ ਕਰ ਰਹੇ ਹੈ, ਸਮਝਦੇ ਹੋ ਕੋਈ? ਇਸ ਲਈ ਜਦੋਂ ਤਸਵੀਰ ਉਹਦੀ ਨਜ਼ਰ ਆਉਂਦੀ ਹੈ, ਮੁਖੜਾ ਉਹਦਾ ਨਜ਼ਰ ਆਉਂਦਾ ਹੈ, ਤਾਂ ਫਿਰ ਇਹ ਵੀ ਦੇਖਿਆ ਕਰੋ ਜੀਵਨ 'ਚ ਕਿ ਮੈਂ ਕੁਝ ਕਰਮ ਵੀ ਐਸਾ ਕਰਾਂ ਕਿ ਕਹਿ ਸਕਾਂ ਆਪਣੇ ਮਾਲਿਕ ਦੀ ਖਾਤਰ ਕਰ ਰਹੇ ਹਾਂ, ਆਪਣੇ ਮਾਲਿਕ ਦੀ ਖੁਸ਼ੀ ਦੀ ਖਾਤਰ ਕਰ ਰਹੇ ਹਾਂ। ਔਰ ਜਿੱਦਾਂ ਦੱਸ ਰਹੇ ਸੀ ਅਸੀਂ ਕਿ ਜਦੋਂ ਕੋਈ ਸਿੰਗਰ ਹੋਵੇ ਉਹ ਅੱਛਾ ਗਾਉਂਦਾ ਹੈ ਤਾਂ ਤੁਸੀਂ ਜਾ ਕੇ ਕੁਛ ਨਾ ਕੁਛ ਉਹਨੂੰ ਇਨਾਮ ਦਿੰਦੇ ਹੋ, ਆਪਣੇ ਵੱਲੋਂ ਕੁਛ ਨਾ ਕੁਛ ਉਹਨੂੰ ਕਰਦੇ ਹੋ। ਬੰਦਾ ਕੱਢਦਾ ਜਿੰਨੀ ਕੁ ਉਹਦੀ ਉਹ ਹੁੰਦੀ ਹੈ 5 ਦੇ 10 ਦੇ ਨੋਟ ਕੋਰੇ ਕੋਰੇ ਜਾ ਕੇ ਸਿੱਟਦਾ ਹੈ, ਠੀਕ ਹੈ। ਫਿਰ ਜ਼ਰਾ ਸੋਚੋ ਕਿ ਜੇ ਸਾਨੂੰ ਉਹਦਾ ਸ਼ਬਦ ਚੰਗਾ ਲੱਗਾ ਜਾਂ ਉਹਦੇ ਕੋਈ ਬੋਲ ਚੰਗੇ ਲੱਗੇ, ਉਹਦਾ ਕੋਈ ਸ਼ੇਅਰ ਚੰਗਾ ਲੱਗਾ, ਜਦੋਂ ਕੋਈ ਗਾਣਾ ਚੰਗਾ ਲੱਗਾ ਤਾਂ ਅਸੀਂ ਜਾ ਕੇ ਐਂ ਕਰਦੇ ਹਾਂ। ਜਿੱਦਾਂ ਅਸੀਂ ਦੱਸ ਰਹੇ ਸੀ ਕਿ ਜੇ ਅਸੀਂ ਉਹ ਕਰਮ ਕਰੀਏ ਕਿ ਸਾਡੇ ਮਾਲਿਕ ਨੂੰ ਸਾਡਾ ਕਰਮ ਪਸੰਦ ਆ ਜਾਵੇ, ਉਹ ਮਾਲਿਕ ਸਾਡੇ ਤੋਂ ਖੁਸ਼ ਹੋਏਗਾ, ਤਾਂ ਫਿਰ ਉਹਦੀਆਂ ਰਹਿਮਤਾਂ ਬਰਕਤਾਂ ਬਖਸ਼ਿਸ਼ਾਂ ਦੀ ਇੱਦਾਂ ਦੀ ਬਰਸਾਤ ਸਾਡੇ ਜੀਵਨ 'ਤੇ ਹੋਏਗੀ ਕਿ ਜੀਵਨ 'ਚ ਕਮੀ ਕੋਈ ਰਹਿ ਹੀ ਨਹੀਂ ਜਾਏਗੀ। ਕਿਉਂਕਿ ਬੰਦਾ ਉਨਾ ਵੀ ਦੇ ਸਕਦਾ ਜਿੰਨਾ ਉਹਦੇ ਕੋਲ ਹੋਵੇ। ਜਿਹਦੇ ਕੋਲ 10 ਦੇ ਨੋਟ ਹੈ ਨਾ, ਉਹ 10 ਹੀ ਵਾਰ ਨੇ, ਸਮਝਦੇ ਉਹ 1000 ਤਾਂ ਨਹੀਂ ਪਾਲ ਸਕਦਾ। ਚਲੋ 1000 ਤਾਂ ਬਣਦਾ, 2000 ਜਾਂ 500 ਨਹੀਂ ਪਾਲ ਸਕਦਾ, ਠੀਕ ਹੈ। ਇਸ ਲਈ ਪਰ ਜਦੋਂ ਹੁਣ ਮਾਲਿਕ ਦੇ ਘਰ ਦੀ ਗੱਲ ਆਉਂਦੀ ਹੈ ਤਾਂ ਜ਼ਰਾ ਦੇਖੋ ਉਹਦੇ ਘਰ 'ਚ ਕੀ ਕੁਛ ਹੈ, ਕੀ ਕੁਛ ਉਹਦੇ ਘਰ 'ਚ, ਜਵਾਬ ਦਿਓ। ਕੀ ਹੈ? ਸਭ ਕੁਛ ਹੈ ਕਿ ਨਹੀਂ ਉਹਦੇ ਘਰ 'ਚ? ਸਭ ਕੁਛ ਹੈ ਉਹਦੇ ਘਰ 'ਚ। ਤਾਂ ਤਾਂ ਬਾਬਾ ਫਰੀਦ ਦੀ ਮਿਸਾਲ ਦੇ ਦੀ ਅਸੀਂ ਕਿ ਮੁਹੰਮਦ ਬਦਾਈਓ ਆਪਣੇ ਦੋਸਤਾਂ ਦੇ ਨਾਲ, ਗਰੀਬੀ ਬਹੁਤ ਸੀ, ਆਪਣੇ ਦੋਸਤਾਂ ਦੇ ਨਾਲ ਕੀ ਇੱਕ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਪਤਾ ਲੱਗਾ ਕਿ ਫਲਾਨੀ ਜਗ੍ਹਾ ਇੱਕ ਪਹਾੜ ਹੈ। ਮੁਹੰਮਦ ਬਦਾਈਓ ਫਲਾਨੀ ਜਗ੍ਹਾ ਇੱਕ ਪਹਾੜ ਹੈ, ਕਹਿੰਦੇ ਉੱਥੇ ਸੋਨਾ ਲੱਭਦਾ ਹੈ। ਅਗਰ ਤਲਾਸ਼ ਕੀਤੀ ਜਾਵੇ, ਮਿੱਟੀ ਖਰੀਦੀ ਜਾਵੇ ਤਾਂ ਥੱਲੇ ਉਹ ਸੋਨਾ ਨਿਕਲਦਾ ਹੈ। ਕਹਿੰਦੇ ਆਪਣੇ ਕੁਝ ਦੋਸਤਾਂ ਦੇ ਨਾਲ ਉਹਨਾਂ ਨੇ ਇਹ ਪਲੈਨਿੰਗ ਕੀਤੀ ਕਿ ਚਲੀਏ ਉਸ ਪਹਾੜ 'ਤੇ, ਚਾਹੇ 15 ਦਿਨ ਲੱਗਣ, 20 ਦਿਨ ਲੱਗਣ, ਮਹੀਨਾ ਲੱਗੇ, ਤਾਂ ਜਿੰਨਾ ਸੋਨਾ ਹੋ ਸਕੇ ਇਕੱਠਾ ਕਰਕੇ ਲਿਆਈਏ, ਕਿਉਂਕਿ ਘਰ ਦੀ ਗਰੀਬੀ ਦੂਰ ਹੋਵੇ। ਕਿਉਂਕਿ ਘਰ 'ਚ ਮਾਂ ਹੈ, ਗਰੀਬੀ ਬਹੁਤ ਹੈ ਮੁਹੰਮਦ ਬਦਾਈਓ ਦੇ। ਹੁਣ ਜਦੋਂ ਜਾ ਰਹੇ ਹੈ ਦੋਸਤਾਂ ਦੇ ਨਾਲ ਮੁਹੰਮਦ ਬਦਾਈਓ, ਤਾਂ ਜਾਂਦੇ ਜਾਂਦੇ ਹਾਲੇ ਉਹ ਪਹਾੜ ਦੂਰ ਹੈ, ਰਸਤੇ 'ਚ ਇਹਨਾਂ ਦੀ ਮੁਲਾਕਾਤ ਇੱਕ ਫਕੀਰ ਦੇ ਨਾਲ ਹੋਈ। ਫਕੀਰ ਦੀ ਕੁੱਲੀ ਸੀ, ਫਕੀਰ ਕੁੱਲੀ ਦੇ ਬਾਹਰ ਬੈਠੇ। ਥੋੜ੍ਹੀ ਦੇਰ ਫਕੀਰ ਦੇ ਕੋਲ ਬੈਠੇ ਤਾਂ ਫਕੀਰਾਂ ਨੇ ਰੱਬ ਦੀ ਇੱਦਾਂ ਦੀਆਂ ਗੱਲਾਂ ਕੀਤੀਆਂ ਕਿ ਮੁਹੰਮਦ ਬਦਾਈਏ ਦੇ ਮਨ ਨੂੰ ਬੜੀ ਖਿੱਚ ਪਈ। ਤਾਂ ਉਹਨਾਂ ਨੇ ਆਪਣੇ ਦੋਸਤਾਂ ਨੂੰ ਕਿਹਾ, ਯਾਰ ਮੇਰਾ ਦਿਲ ਕਰਦਾ ਮੈਂ ਕੁਛ ਦਿਨ ਇਹ ਫਕੀਰ ਦੀ ਸੋਹਬਤ ਕਰਾਂ, ਤੁਸੀਂ ਚੱਲ ਜਾਓ, ਮੈਨੂੰ ਕੁਛ ਦਿਨ ਇੱਥੇ ਰਹਿਣ ਦਿਓ। ਉਹ ਕਹਿੰਦੇ ਪਲੈਨਿੰਗ ਤੇਰੀ ਸੀ, ਸਲਾਹ ਤੂੰ ਦਿੱਤੀ ਕਿ ਪਹਾੜ 'ਤੇ ਜਾਣਾ, ਸੋਨਾ ਲੱਭਣਾ, ਤੂੰ ਆਪ ਹੀ ਹੁਣ ਇੱਥੇ ਰੁਕ ਗਿਆ, ਸਾਨੂੰ ਕਹਿੰਦਾ ਜਾਓ। ਉਹ ਕਹਿੰਦਾ ਪਤਾ ਨਹੀਂ ਮੇਰੇ ਦਿਲ ਨੂੰ ਬੜੀ ਖਿੱਚ ਜਿਹੀ ਹੈ, ਮੈਨੂੰ ਪਿਆਰ ਹੋ ਗਿਆ ਫਕੀਰ ਦੇ ਨਾਲ, ਮੈਂ ਚਾਹੁੰਦਾ ਤੁਸੀਂ ਜਾਓ, ਕਿਉਂਕਿ ਤੁਹਾਨੂੰ ਮੈਂ ਰੋਕ ਨਹੀਂ ਸਕਦਾ। ਜੇ ਤੁਹਾਨੂੰ ਰੋਕਾਂ ਤਾਂ ਤੁਸੀਂ ਕੱਲ੍ਹ ਨੂੰ ਮੈਨੂੰ ਕਹਿਣਾ ਕਿ ਤੇਰੀ ਵਜ੍ਹਾ ਨਾਲ ਸਾਡੇ ਦਿਨ ਇੰਨੇ ਖਰਾਬ ਹੋ ਗਏ। ਤੁਸੀਂ ਪਹੁੰਚੋ, ਮੈਂ ਇੱਦਾਂ ਕਰਦਾ ਕੁਛ ਦਿਨ ਰੋਕ ਕੇ ਫਿਰ ਆ ਜਾਓ। ਪਤਾ ਐਡਰੈਸ ਉਹਨਾਂ ਨੇ ਸਾਰਾ ਦੱਸ ਦਿੱਤਾ ਕਿ ਫਲਾਨੀ ਜਗ੍ਹਾ ਪਹਾੜ ਹੈ। ਜਿੱਦਾਂ ਹੁਣ ਬੰਦਾ ਤੁਰਿਆ ਨਾ ਦਿੱਲੀ ਜਾਣਾ ਇਕੱਠਿਆਂ ਨੇ, ਰਸਤੇ ਕੋਈ ਜਗ੍ਹਾ ਬੰਦਾ ਕਹਿੰਦਾ ਚਲੋ ਮੈਂ ਇੱਥੇ 2 ਘੰਟੇ ਰੋਕ ਕੇ, ਤੁਸੀਂ ਪਹਿਲਾਂ ਦਿੱਲੀ ਪਹੁੰਚੋ, ਮੈਂ ਤੁਹਾਨੂੰ ਉੱਥੇ ਵੀ ਮਿਲੂੰਗਾ। ਇੱਦਾਂ ਪਲੈਨਿੰਗ ਕਰਕੇ ਤੁਸੀਂ ਪਹਾੜ 'ਤੇ ਪਹੁੰਚੋ, ਮੈਂ 1-2 ਦਿਨ ਇੱਥੇ ਰੋਕ ਕੇ ਆਉਂਦਾ। ਦੋਸਤ ਚਲੇ ਗਏ। ਹੁਣ ਮੁਹੰਮਦ ਬਦਾਈਓ ਫਕੀਰ ਦੇ ਨਾਲ ਇੰਨਾ ਪਿਆਰ ਕਰਨ ਲੱਗ ਗਿਆ, ਸੇਵਾ 'ਚ ਰਹਿਣ ਲੱਗ ਗਿਆ ਕਿ 1 ਦਿਨ ਬੀਤਿਆ, 2 ਦਿਨ ਬੀਤੇ, 4 ਦਿਨ ਬੀਤੇ, ਮਹੀਨਾ ਬੀਤਿਆ, 2 ਮਹੀਨੇ ਗੁਜ਼ਰ ਗਏ, ਜਾਣ ਨੂੰ ਦਿਲ ਹੀ ਨਾ ਕਰੇ। ਆਨੰਦ ਹੀ ਇੰਨਾ ਆ ਰਿਹਾ ਹੈ, ਰੋਜ਼ ਸੇਵਾ ਕਰਨੀ, ਫਕੀਰਾਂ ਦੇ ਵਚਨ ਸੁਣਨੇ। ਹੁਣ ਆਖਰ ਕਿਹਾ ਜਾਂਦਾ ਹੈ ਕਿ 3 ਮਹੀਨੇ ਬਾਅਦ ਉਹ ਦੋਸਤ ਵਾਪਸ ਆ ਰਹੇ ਪੰਡਾਂ ਭਰ ਕੇ, ਕੋਲ ਕੁਛ ਗਠੜੀਆਂ ਆ ਲੈ ਕੇ ਆ ਰਹੇ। ਤਾਂ ਉਹਨਾਂ ਨੇ ਜਦੋਂ ਇਹਨੂੰ ਦੇਖਿਆ
ਕਿਉਂਕਿ ਉਹਨੂੰ ਪਤਾ ਸੀ ਉਹ ਫਕੀਰ ਦੇ ਕੋਲ ਹੀ ਹੋਣਾ ਸਾਡਾ ਮਿੱਤਰ। ਜਦੋਂ ਗਏ ਕਿ ਉਹਨੂੰ ਦੱਸੀਏ ਜਾ ਕੇ ਕਿ ਤੂੰ ਆਇਆ ਨਹੀਂ ਤਾਂ ਦੇਖ ਅਸੀਂ ਕਿੰਨਾ ਸੋਨਾ ਇਕੱਠਾ ਕਰ ਲਿਆ। ਕਹਿੰਦੇ ਜਦੋਂ ਆਏ ਮੁਹੰਮਦ ਬਦਾਈਓ ਵਾਕਈ ਉਸ ਫਕੀਰ ਦੀ ਕੁੱਲੀ 'ਚ ਬਾਹਰ ਝਾੜੂ ਲਗਾ ਰਿਹਾ। ਦੋਸਤਾਂ ਨੇ ਕਿਹਾ ਤੂੰ ਇੱਥੇ ਆ ਪਾਗਲ ਆ ਦੇਖ 3 ਮਹੀਨਿਆਂ 'ਚ ਅਸੀਂ ਕਿੰਨਾ ਸੋਨਾ ਇਕੱਠਾ ਕਰ ਲਿਆ, ਅਸੀਂ ਤਾਂ ਅਮੀਰ ਹੋ ਗਏ। ਤੂੰ ਕਹਿੰਦਾ ਸੀ 1-2 ਦਿਨਾਂ 'ਚ ਆ ਜਾਊਂਗਾ, ਤੂੰ ਆਇਆ ਕਿਉਂ ਨਹੀਂ? ਉਹ ਕਹਿੰਦਾ ਯਾਰ ਆਉਣ ਨੂੰ ਦਿਲ ਹੀ ਨਹੀਂ ਕੀਤਾ ਮੇਰਾ, ਸ਼ਾਂਤੀ ਇੰਨੀ ਮਿਲੀ ਕਿਉਂਕਿ ਹੁਣ ਤਾਂ ਮੈਂ ਫਕੀਰ ਨੇ ਇਹਨਾਂ ਨੂੰ ਆਪਣਾ ਮੁਰਸ਼ਿਦ ਬਣਾ ਲਿਆ ਹੈ। ਮੁਰਸ਼ਿਦ ਦੇ ਕਦਮਾਂ 'ਚ ਸ਼ਾਂਤੀ ਇੰਨੀ ਮਿਲੀ ਕਿ ਜਾਣ ਨੂੰ ਦਿਲ ਹੀ ਨਹੀਂ ਕੀਤਾ। ਇਸ ਕਰਕੇ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਦੇਖ ਲੈ ਤੂੰ ਆਇਆ ਨਹੀਂ, ਤੂੰ ਖਾਲੀ ਰਹਿ ਗਿਆ, ਅਸੀਂ ਦੇਖ ਲੈ ਕਿੰਨਾ ਕੁਛ ਲੈ ਲਿਆ, ਹੁਣ ਅਸੀਂ ਅਮੀਰ ਹੋ ਗਏ। ਉਸ ਵੇਲੇ ਮੁਹੰਮਦ ਬਦਾਈਓ ਦੇ ਮਨ 'ਚ ਵੀ ਆਇਆ ਕਿ ਯਾਰ ਗੱਲ ਤਾਂ ਸਹੀ ਹੈ, 3 ਮਹੀਨੇ ਮੈਂ ਫਕੀਰ ਦੇ ਕੋਲ ਬੈਠਾ, ਹਾਲੇ ਹੱਥ 'ਚ ਝਾੜੂ ਨੂੰ। ਇਹ 3 ਮਹੀਨੇ ਉੱਥੇ ਗਏ ਤੇ ਨੇ ਹੱਥ 'ਚ ਸੋਨਾ ਹੈ। ਵਾਕਈ ਅਗਰ ਮੈਂ ਵੀ ਚਲਾ ਜਾਂਦਾ ਤਾਂ ਅੱਜ ਮੇਰੇ ਹੱਥ 'ਚ ਵੀ ਤੇ ਸੋਨਾ ਹੋਣਾ ਸੀ। ਉਹ ਮੇਰੇ ਹੱਥ 'ਚ ਝਾੜੂ ਹੈ, ਇਹਨਾਂ ਦੇ ਹੱਥ 'ਚ ਸੋਨਾ ਹੈ। ਕਿਤੇ ਮੈਂ ਘਾਟੇ 'ਚ ਤਾਂ ਨਹੀਂ ਰਹਿ ਗਿਆ ਆਪਣੇ ਮੁਰਸ਼ਿਦ ਦੇ ਕੋਲ 3 ਮਹੀਨੇ ਰਹਿ ਕੇ, ਕਿਤੇ ਮੈਂ ਘਾਟੇ 'ਚ ਤਾਂ ਨਹੀਂ ਰਹਿ ਗਿਆ। ਮਨ ਦੇ ਅੰਦਰ ਆਇਆ, ਜਰਾ ਸਮਝਣਾ ਕੀ ਆਇਆ ਮਨ ਦੇ ਅੰਦਰ। ਸੁਣਦੇ ਵੀ ਹੋ ਤੁਸੀਂ? ਪਹਿਲਾਂ ਤਾਂ ਆਪਣੇ ਦੁਕਾਨਾਂ ਬਾਰੇ ਸੋਚੀ ਜਾਂਦੇ ਨੇ, ਜਵਾਬ ਘੱਟ ਦਿੰਦੇ ਹੋ। ਪਿਤਾ ਜੀ ਮਾਫ ਕਰਨਾ, ਮੇਰੀ ਵਜ੍ਹਾ ਦੇ ਨਾਲ ਖੜੇ ਹੋਣਾ ਮੈਂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬੈਠਣਾ ਦਾ ਤਾਂ ਫਿਰ ਜ਼ਿਆਦਾ ਲੰਬਾ ਟਾਈਮ ਚੱਲਦਾ ਸਾਡਾ। ਖੜੇ ਹੋ ਕੇ ਸਾਨੂੰ ਜ਼ਿਆਦਾ ਮਜ਼ਾ ਆਉਂਦਾ। ਠੀਕ ਹੈ, ਖੜੇ ਹੋ ਕੇ ਆਪਣਾ ਆਨੰਦ ਹੈ, ਖੜੇ ਹੋਣ ਦਾ ਆਪਣਾ ਆਨੰਦ ਹੈ। ਉਹਦਾ ਕਾਰਨ ਵੀ ਹੈ, ਜੇ ਤੁਸੀਂ ਖੜੇ ਹੁੰਦੇ ਹੋ ਤੁਹਾਡੀ ਕੈਲੋਰੀ ਜ਼ਿਆਦਾ ਬਰਨ ਹੁੰਦੀ ਹੈ। ਸਮਝਦੇ ਹੋ ਕਿ ਨਹੀਂ? ਕੈਲੋਰੀ ਬਰਨ ਹੋਣ ਦਾ ਮਤਲਬ ਹੈ ਜਦੋਂ ਤੁਸੀਂ ਖੜੇ ਹੁੰਦੇ ਹੋ ਤੁਸੀਂ ਫਿੱਟ ਰਹਿੰਦੇ ਹੋ, ਜਿੰਨੀ ਦੇਰ ਜ਼ਿਆਦਾ ਖੜੇ ਹੁੰਦੇ ਹੋ। ਔਰ ਜਿੰਨਾ ਬੰਦਾ ਬੈਠਦਾ ਉਹਨਾਂ ਦਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਇੱਥੋਂ ਆ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਹੈਲਥ ਦਾ ਵੀ ਖਿਆਲ ਰੱਖਣਾ ਚਾਹੀਦਾ ਨਾਲ ਨਾਲ। ਸਮਝਦੇ ਹੋ ਕਿ ਨਹੀਂ? ਕਿਉਂਕਿ ਅਸੀਂ ਚਾਹੁੰਦੇ ਸਾਡੇ ਪਿਆਰੇ ਆਨੰਦਿਤ ਵੀ ਹੋਣ, ਖੁਸ਼ ਵੀ ਹੋਣ ਤੇ ਹੈਲਦੀ ਵੀ ਹੋਣ। ਇਹ ਮਿਸਾਲ ਬਣਨੀ ਚਾਹੀਦੀ ਦੁਨੀਆ ਤੇ ਕਿ ਜਿੱਦਾਂ ਇਹਨਾਂ ਦੇ ਮਾਲਕ ਹੈਲਦੀ ਹੈ, ਇਹ ਵੀ ਦੇਖੋ ਸਾਰੇ ਫਿੱਟ ਹੈ। ਇਹ ਮਿਸਾਲ ਕਾਇਮ ਕਰਨੀ ਹੈ ਦੁਨੀਆ ਤੇ ਅਸੀਂ। ਇਸ ਲਈ ਤਾਂ ਹੀ ਤਾਂ ਕਹਿੰਦੇ ਇੱਦਾਂ ਦੀ ਜ਼ਿੰਦਗੀ ਜੋ ਮਿਸਾਲ ਬਣੇ। ਅੱਛਾ ਉਹਨੂੰ ਗੱਲ ਤੇ ਆ ਜੀ, ਫਿਰ ਗੱਲ ਪੂਰੀ ਕਰਕੇ ਚੱਲੀਏ, ਟਾਈਮ ਕਾਫੀ ਹੋ ਗਿਆ। ਠੀਕ ਹੈ, ਤੇ ਉਸ ਵੇਲੇ ਮੁਹੰਮਦ ਬਦਾਈਓ ਦੇ ਮਨ ਦੇ ਵਿੱਚ ਆ ਗਿਆ ਕਿ ਇਹਨਾਂ ਦੇ ਹੱਥੇ ਸੋਨਾ ਆ, ਮੇਰੇ ਹੱਥੇ ਝਾੜੂ ਹੈ। 3 ਮਹੀਨੇ ਜਿੰਨਾ ਸੋਨਾ ਇਕੱਠਾ ਕਰ ਲਿਆ, ਸੋਨਾ ਯਾਨੀ ਪੈਸਾ, ਔਰ ਮੇਰੇ ਹੱਥ 'ਚ ਹਾਲੇ ਵੀ ਝਾੜੂ, ਮੈਂ ਉੱਥੇ ਹੀ ਹਾਂ। ਕਿਤੇ ਗਲਤੀ ਤਾਂ ਨਹੀਂ ਕਰ ਲਈ ਮੈਂ? ਇਹ 3 ਮਹੀਨੇ ਗਵਾ ਤਾਂ ਨਹੀਂ ਲਏ? ਘਾਟੇ 'ਚ ਤਾਂ ਨਹੀਂ ਰਹਿ ਗਿਆ ਮੈਂ? ਹਾਲੇ ਸੋਚ ਰਹੇ ਹੈ ਘਾਟੇ 'ਚ ਤਾਂ ਨਹੀਂ ਰਹਿ ਗਿਆ? ਅੰਦਰੋਂ ਉਹਨਾਂ ਦੇ ਮੁਰਸ਼ਿਦ ਨੇ ਆਵਾਜ਼ ਮਾਰੀ, ਕਹਿੰਦੇ ਮੁਹੰਮਦ, ਯਾਨੀ ਮੁਹੰਮਦ ਬਦਾਈਓ ਨਾਮ ਸੀ, ਕਹਿੰਦੇ ਅੰਦਰ ਆ ਜ਼ਰਾ। ਉਹ ਗਏ, ਕਹਿੰਦੇ ਇੱਦਾਂ ਕਰ ਸਾਨੂੰ ਮਿੱਟੀ ਦੇ ਢੇਲੇ ਦੀ ਲੋੜ ਹੈ, ਮਿੱਟੀ ਢੇਲਾ ਲੈ ਕੇ ਆ। ਢੇਲੇ ਮਿੱਟੀ ਦੇ ਸਮਝਦੇ ਹੋ ਨਾ ਤੁਸੀਂ, ਜਿਹਦੇ ਪੱਥਰ ਹੁੰਦੇ ਸਖਤ ਤੇ ਹੁੰਦੀ ਮਿੱਟੀ। ਕਹਿੰਦੇ ਮਿੱਟੀ ਦੀ ਢੇਲੇ ਦੀ ਲੋੜ ਹੈ ਸਾਨੂੰ, ਜਾਂ ਮਿੱਟੀ ਲੈ ਗਿਆ। ਤੇ ਜੰਮੀ ਹੋਈ ਮਿੱਟੀ ਨੂੰ ਢੇਲਾ ਕਹਿੰਦੇ ਨਾ। ਉਹਨੇ ਮੁਹੰਮਦ ਕਹਿੰਦੇ ਮੁਰਸ਼ਿਦ ਨੇ ਕਿਹਾ, ਦੌੜ ਕੇ ਗਿਆ, ਸਾਹਮਣੇ ਮਿੱਟੀ ਦਾ ਢੇਲਾ ਸੀ। ਜਿਹਦੇ ਮਿੱਟੀ ਢੇਲੇ ਨੂੰ ਹੱਥ ਲਾਇਆ, ਚੱਕਿਆ, ਸੋਨਾ ਹੋ ਗਿਆ। ਕਹਿੰਦਾ ਕਮਾਲ ਦੀ ਗੱਲ ਹੈ, ਇਹ ਸੋਨਾ ਹੋ ਗਿਆ। ਲੈ ਕੇ ਤੁਰਨ ਲੱਗਾ ਤਾਂ ਮੁਰਸ਼ਿਦ ਨੇ ਆਵਾਜ਼ ਮਾਰੀ, ਤੈਨੂੰ ਮਿੱਟੀ ਮੰਗੀ ਹੈ, ਸੋਨਾ ਨਹੀਂ ਮੰਗਿਆ, ਮਿੱਟੀ ਲੈ ਕੇ ਆ। ਕਿਉਂਕਿ ਜੋ ਮੰਗਿਆ ਉਹ ਚਾਹੀਦਾ ਸਾਨੂੰ। ਹੁਣ ਵਰਦ ਕਰੋ, ਕੋਈ ਤੁਹਾਡੇ ਕੋਲ ਮੰਗੇ ਪਾਣੀ ਲੈ ਕੇ ਆ, ਤੁਸੀਂ ਚਾਹ ਲੈ ਜਾਓ, ਤਾਂ ਤੁਸੀਂ ਕਹਿਣਾ ਲੈ ਮੈਂ ਤਾਂ ਪਾਣੀ ਮੰਗਿਆ, ਚਾਹ ਲੈ ਕੇ ਕਿੱਥੇ ਤੁਰੇ ਆ, ਜਾਂ ਦੁੱਧ ਲੈ ਕੇ ਕਿੱਥੇ ਤੁਰੇ ਆ, ਮੈਨੂੰ ਤਾਂ ਜੋ ਚਾਹੀਦਾ ਉਹੀ ਚਾਹੀਦਾ। ਮੁਰਸ਼ਿਦ ਨੇ ਮਿੱਟੀ ਲੈ ਕੇ ਆ, ਛੱਡਿਆ, ਜਿੱਦਾਂ ਹੀ ਛੱਡਿਆ ਉਹ ਫਿਰ ਮਿੱਟੀ ਹੋ ਗਿਆ। ਉਹ ਕਹਿੰਦੇ ਮਿੱਟੀ ਹੈ, ਦੁਬਾਰਾ ਚੱਕਿਆ, ਫਿਰ ਸੋਨਾ ਹੋ ਗਿਆ। ਅੱਖਾਂ ਦਾ ਵਿਸ਼ਵਾਸ ਨਾ ਹੋਵੇ ਕਿਤੇ ਮੈਨੂੰ ਕੋਈ ਭਰਮ ਤਾਂ ਨਹੀਂ ਗਾ ਕਿ ਚੱਕਦਾ ਹੈ ਤਾਂ ਸੋਨਾ ਹੈ, ਛੱਡਦਾ ਤਾਂ ਮਿੱਟੀ ਹੈ। ਦੂਜੇ ਢੇਲੇ ਨੂੰ ਚੱਕਿਆ, ਫਿਰ ਸੋਨਾ ਹੋ ਗਿਆ। ਹੁਣ ਗੁਰੂ ਨੇ ਕਿਹਾ ਸੀ, ਮੁਰਸ਼ਿਦ ਨੇ ਕਿਹਾ ਸੀ ਮੈਨੂੰ ਮਿੱਟੀ ਚਾਹੀਦੀ ਹੈ, ਸੋਨਾ ਨਹੀਂ ਚਾਹੀਦਾ। ਉਹਨੂੰ ਵੀ ਰੱਖਿਆ, ਤੀਜੇ ਨੂੰ ਚੱਕਿਆ, ਚੌਥੇ ਨੂੰ ਚੱਕਿਆ, ਸੋਨਾ। ਜਿਹਨੂੰ ਚੱਕੀ ਜਾਵੇ ਸੋਨਾ, ਜਿਹਨੂੰ ਛੱਡੀ ਜਾਵੇ ਫਿਰ ਮਿੱਟੀ। ਹੁਣ ਬੜਾ ਪਰੇਸ਼ਾਨ ਹੋ ਗਿਆ ਮੁਹੰਮਦ ਬਦਾਈਓ ਕਿ ਇਹ ਕੀ ਹੋ ਰਿਹਾ ਹੈ। ਤਾਂ ਫਿਰ ਪਰੇਸ਼ਾਨੀ ਦੇ ਵਿੱਚ ਇੱਕ ਢੇਲਾ ਚੱਕ ਕੇ ਲੈ ਗਿਆ ਕਿ ਗੁਰੂ ਨੂੰ ਕਹਿ ਦੇਵਾਂ ਮੈਂ ਮਿੱਟੀ ਨੂੰ ਹੱਥ ਲਾਉਂਦਾ, ਮੇਰੇ ਵਾਸਤੇ ਸੋਨਾ ਬਣ ਜਾਂਦੀ। ਸਤਿਗੁਰੂ ਮੈਂ ਕਰਾਂ ਕੀ? ਤੁਸੀਂ ਮਿੱਟੀ ਮੰਗੀ, ਮਿੱਟੀ ਕਿੱਥੇ ਹੈ? ਇਹ ਤਾਂ ਸੋਨਾ ਹੀ ਹੈ। ਲੈ ਕੇ ਜਦੋਂ ਗਏ ਤਾਂ ਉਸ ਵੇਲੇ ਮੁਰਸ਼ਿਦ ਨੇ ਕਿਹਾ, ਮੁਹੰਮਦ ਬਦਾਈਓ ਪਤਾ ਲੱਗਾ ਤੈਨੂੰ? ਤੂੰ ਕਹਿੰਦਾ ਸੀ ਕਿ ਉਹਨਾਂ ਦੇ ਹੱਥ 'ਚ ਸੋਨਾ ਹੈ, ਮੇਰੇ ਹੱਥ 'ਚ ਝਾੜੂ ਹੈ। ਕਿਤੇ ਮੁਰਸ਼ਿਦ ਦੀ ਸੇਵਾ ਕਰਕੇ ਮੈਂ ਘਾਟੇ 'ਚ ਨਹੀਂ ਰਹਿ ਗਿਆ? ਘਾਟੇ 'ਚ ਤਾਂ ਨਹੀਂ ਰਹਿ ਗਿਆ? ਉਹ ਯਾਦ ਰੱਖ, ਮੁਰਸ਼ਿਦ ਦੀ ਸੇਵਾ ਕਰਕੇ ਤੂੰ ਘਾਟੇ 'ਚ ਨਹੀਂ ਰਿਹਾ, ਕਿਉਂਕਿ ਉਹਨਾਂ ਨੇ ਸਿਰਫ ਸੋਨਾ ਲੱਭਿਆ ਹੈ, ਪਰ ਤੈਨੂੰ ਇਹ ਤਾਕਤ ਮਿਲ ਗਈ ਕਿ ਤੂੰ ਮਿੱਟੀ ਨੂੰ ਵੀ ਹੱਥ ਲਾਏਗਾ, ਉਹ ਸੋਨਾ ਬਣ ਜਾਏਗਾ। ਇਹ ਮੁਰਸ਼ਿਦ ਦੀ ਕਰਨੀ ਹੈ, ਮੁਰਸ਼ਿਦ ਦੀ ਸੇਵਾ ਦਾ ਫਲ ਹੈ ਕਿ ਤੂੰ ਮਿੱਟੀ ਨੂੰ ਵੀ ਚੱਕ ਲਏਗਾ, ਉਹ ਵੀ ਤੇਰੇ ਵਾਸਤੇ ਸੋਨਾ ਹੋ ਜਾਏਗੀ। ਉਹਨਾਂ ਨੂੰ ਸੋਨਾ ਲੱਭਣਾ ਪੈਣਾ ਹੈ, ਤੂੰ ਜਿਹੜੀ ਚੀਜ਼ ਨੂੰ ਹੱਥ ਲਾਏਗਾ ਸੋਨਾ ਬਣ ਜਾਏਗੀ। ਹੁਣ ਦੱਸ, ਉਹਨਾਂ ਦੀ ਪਦਵੀ ਵੱਡੀ ਹੈ ਤੇਰੀ। ਇੱਕ ਬੰਦਾ ਕਹਿੰਦਾ ਮੈਨੂੰ ਚੀਜ਼ ਲੱਭਣੀ ਪੈਣੀ ਹੈ, ਇੱਕ ਬੰਦਾ ਕਹਿੰਦਾ ਲੈ ਮੈਂ ਜਿਹੜੀ ਚੀਜ਼ ਨੂੰ ਹੱਥ ਲਾਣਾ ਆ
ਉਹ ਬਣ ਗਈ। ਸਮਝਦੇ ਹੋ? ਹੁਣ ਜਦੋਂ ਇੰਨੀ ਗੱਲ ਦੇਖੀ ਮੁਹੰਮਦ ਬਦਾਇੂ ਨੇ ਤਾਂ ਮੁਰਸ਼ਦ ਦੇ ਕਦਮਾਂ 'ਚ ਸਿਰ ਰੱਖਦਾ ਕਿ ਮੁਰਸ਼ਦ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੀ 3 ਮਹੀਨੇ ਦੀ ਸੇਵਾ ਨੇ ਮੈਨੂੰ ਐਡਾ ਉੱਚਾ ਰੁਤਬਾ ਦਿੱਤਾ। ਤਾਂ ਉਸ ਵੇਲੇ ਮੁਰਸ਼ਦ ਨੇ ਗੱਲ ਨਾ ਲਾ ਕੇ ਕਿਹਾ ਇਹ ਰੁਤਬਾ ਦਾ ਕੁਛ ਨਹੀਂ, ਤੈਨੂੰ ਦੁਨੀਆ ਮਹਿਬੂਬੇ ਖੁਦਾ ਕਹੇਗੀ। ਔਰ ਉਹਨਾਂ ਦਾ ਨਾਮ ਸੀ, ਔਰ ਉਹ ਜਿਹੜੇ ਮੁਰਸ਼ਦ ਸੀ ਉਹਨਾਂ ਦਾ ਨਾਮ ਸੀ ਬਾਬਾ ਫਰੀਦ ਸ਼ੱਕਰਗੰਜ। ਤਾਂ ਜਿਹੜੇ ਮੁਹੰਮਦ ਬਦਾਇੂ ਸੀ ਉਹਨਾਂ ਦਾ ਨਾਮ ਹੈ ਹਜ਼ਰਤ ਨਿਜ਼ਾਮੁਦੀਨ ਔਲੀਆ, ਜਿਨ੍ਹਾਂ ਦਾ ਦਰਬਾਰ ਅੱਜ ਵੀ ਦਿੱਲੀ 'ਚ ਹੈ। ਉਹਨਾਂ ਦਾ ਅਸਲੀ ਨਾਮ ਮੁਹੰਮਦ ਬਦਾਇੂ ਹੈ, ਪਰ ਨਿਜ਼ਾਮੁਦੀਨ ਔਲੀਆ ਨਾਮ ਫਿਰ ਬਾਬਾ ਫਰੀਦ ਨੇ ਦਿੱਤਾ ਸੀ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਫਕੀਰਾਂ ਦੀ ਸੋਹਬਤ ਜਾਂ ਮੁਰਸ਼ਦ ਦੀ ਖੁਸ਼ੀ ਸਾਨੂੰ ਪਾਰਸ ਬਣਾ ਦਿੰਦੀ ਹੈ। ਤਾਂ ਦੁਨੀਆ ਤਾਂ ਫਿਰ ਉਹੀ ਗੱਲ ਹੈ ਨਾ, ਆਈ ਤਾਂ ਇਹ ਕਹਿੰਦੇ ਆ ਬੇਕਦਰਾਂ ਦੀ ਯਾਰੀ ਨਾਲੋਂ ਤੋਬਾ ਕਰਾਂ ਲੱਖ ਵਾਰੀ। ਸਮਝਦੇ ਹੋ ਕਿ ਨਹੀਂ? ਚੰਗਾ ਹੋਇਆ ਕਿਤੇ ਬੜੀ ਬੀਤੀ ਸਾਰੀ, ਬਹੁਤ ਅੱਛੀ ਗੱਲ ਹੈ। ਤਾਂ ਖੁਸ਼ੀ ਹੁੰਦੀ ਕਿ ਸਤਸੰਗ ਦਾ ਮਤਲਬ ਯਾਦ ਰੱਖਦੇ ਆ, ਤਾਂ ਮਜ਼ਾ ਆਉਂਦਾ ਸਾਨੂੰ। ਅਗਲੀ ਲਾਈਨ ਵੀ ਚੰਗਾ ਹੋਇਆ ਲੜ ਛੇਤੀ ਛੁੱਟਿਆ ਕਿਤੇ ਉਮਰ ਨਹੀਂ ਬੀਤੀ ਸਾਰੀ, ਇਹ ਕਦਰਾਂ ਦੀ ਯਾਰੀ ਨਾਲ ਤੋਬਾ ਕਰਾਂ ਤੋਬਾ। ਇਸ ਕਰਕੇ ਕਹਿੰਦੇ ਯਾਰੀ ਉਹਦੇ ਨਾਲ ਹੈਗੀ ਜਿਹੜੀ ਕਦਰ ਕਰੇ, ਜਿਹੜੀ ਸਾਡੀ ਕੀਮਤ ਨੂੰ ਵਧਾ ਦੇਵੇ। ਸਮਝਦੇ ਹੋ ਕਿ ਨਹੀਂ? ਜੇ ਤੁਸੀਂ ਹੀਰੇ ਨੂੰ ਲੋਹੇ 'ਚ ਫਿੱਟ ਕਰ ਦੋ ਨਾ ਤਾਂ ਉਹਦੀ ਕੀਮਤ ਘੱਟ, ਯਾਨੀ ਦੇਖਣ ਵਾਲੇ ਕਹਿੰਦੇ ਲੋਹੇ 'ਚ ਪਾਇਆ, ਨਕਲੀ ਆ ਜਰਕਨ ਲੱਗਦਾ ਹੈ ਅਮਰੀਕਨ। ਔਰ ਅਮਰੀਕਨ ਜਰਕਨ ਨੂੰ ਤੁਸੀਂ ਸੋਨੇ 'ਚ ਪਾ ਦੋ ਨਾ, ਦੇਖਣ ਵਾਲੇ ਕਹਿਣਾ ਯਾਰ ਹੀਰਾ ਹੋਣਾ ਹੈ ਸੋਨੇ 'ਚ ਪਾਇਆ। ਕਹਿੰਦੇ ਉਹ ਕਿਹਦੇ ਨਾਲ ਸੈੱਟ ਹੁੰਦਾ ਨਾ, ਉਹ ਸੈੱਟ ਹੋਣ ਦੇ ਨਾਲ ਉਹਦੀ ਕੀਮਤ ਘੱਟ ਵੀ ਜਾਂਦੀ ਹੈ ਤੇ ਉਹਦੀ ਕੀਮਤ ਵੱਧ ਵੀ ਜਾਂਦੀ ਹੈ। ਇਹ ਤੁਸੀਂ ਦੇਖਣਾ ਤੁਸੀਂ ਕਿੱਥੇ ਸੈੱਟ ਹੋਣਾ। ਹੁਣ ਇੱਕ ਸ਼ਰਾਬੀ ਦੇ ਕੋਲ ਜਾ ਕੇ ਸੈੱਟ ਹੋਵਾਂਗੇ ਬੈਠਾਂਗੇ ਤਾਂ ਤੁਹਾਡੀ ਕੀਮਤ ਕੀ ਹੋਏਗੀ? ਨਹੀਂ ਕੋਟੀਆਂ ਤਾਂ ਨਹੀਂ ਹੁੰਦੀ। ਦੁਨੀਆ ਨੇ ਕਹਿਣਾ ਵੀ ਸ਼ਰਾਬੀ ਹੋਣਾ ਹੈ ਨਾ। ਅਜੇ ਸਤਸੰਗ 'ਚ ਬੈਠਾਂਗੇ ਤਾਂ ਦੁਨੀਆ ਕਹਿਣਾ ਸਤਸੰਗੀ ਹੈ। ਸਮਝਦੇ ਹੋ? ਇਸ ਕਰਕੇ ਇਹ ਚੀਜ਼ ਹੋ ਜਾਂਦੀ ਹੈ। ਹੁਣ ਸਮਝ ਲਓ ਨਕਲੀ ਹੀਰਿਆਂ ਵਿੱਚ ਇੱਕ ਅਸਲੀ ਰੱਖ ਦਿਓ ਨਾ ਤਾਂ ਦੇਖਣ ਵਾਲੇ ਕਹਿਣਾ ਵੀ ਨਕਲੀ ਹੈ, ਤਾਂ ਅਸਲੀ ਹੀਰਿਆਂ ਵਿੱਚ ਇੱਕ ਨਕਲੀ ਰੱਖ ਦਿਓ ਤਾਂ ਦੇਖਣ ਵਾਲੇ ਇਹ ਨਹੀਂ ਕਹਿਣਾ ਇੱਕ ਨਕਲੀ ਹੋ ਸਕਦਾ, ਉਹਨਾਂ ਕਹਿਣਾ ਸਾਰੇ ਅਸਲੀ ਹੈ। ਸਾਡੀ ਕੀਮਤ ਪੈਂਦੀ ਹੈ ਕਿ ਅਸੀਂ ਜੁੜਦੇ ਕਿਹਦੇ ਨਾਲ। ਸਮਝਦੇ ਹੋ? ਕਿਉਂਕਿ ਜਿਹਦੇ ਨਾਲ ਅਸੀਂ ਜੁੜ ਜਾਂਦੇ ਹਾਂ ਫਿਰ ਅੱਗੇ ਕੈਸਾ ਹੈ ਉਹਦੇ ਨਾਲ ਜੁੜ ਕੇ ਸਾਡੀ ਕੀਮਤ ਕਈ ਹਜ਼ਾਰ ਗੁਣਾ ਵੱਧ ਜਾਂਦੀ ਹੈ। ਚਲੋ ਸਮਝਦੇ ਹੋ ਕਿ ਨਹੀਂ? ਅਸੀਂ ਕਿੱਥੇ ਗਏ ਸੀ ਜਿੱਥੇ ਮੀਂਹ ਪੈਣ ਲੱਗ ਪਿਆ ਸੀ, ਸਤਸੰਗ ਸੀਗਾ ਸਾਡਾ ਉੱਥੇ ਵਿੱਚ ਨੰਗਲ ਕਰਾਰ, ਨੰਗਲ ਫਤਿਹ ਖਾਂ, ਨੰਗਲ ਕਰਾਰ ਨਹੀਂ ਮਤਲਬ ਕੈਂਟ ਦੇ ਕੋਲ ਨੰਗਲ ਕਰਾਰ ਖਾਂ ਹੀ ਜਾਂਦਾ, ਕਿਉਂਕਿ ਤਾਂ ਨੰਗਲ ਫਤਿਹ ਖਾਂ ਵੀ ਭੁੱਲ ਜਾਂਦਾ, ਫਤਿਹ ਖਾਂ ਇੱਧਰ ਨੰਗਲ ਕਰਾਰ ਖਾਂ। ਹੁਣ ਉੱਥੇ ਦੱਸਦੇ ਹਾਂ ਤੁਹਾਨੂੰ, ਤਾਂ ਇਹ ਮਿਸਾਲ ਦੇ ਰਹੇ ਵੈਸੇ ਕਿ ਕਿੱਦਾਂ ਜੁੜ ਕੇ ਇਨਸਾਨ ਦੀ ਕੀਮਤ ਵੱਧਦੀ ਹੈ। ਠੀਕ ਹੈ? ਹੁਣ ਜਦੋਂ ਅੰਦਰ ਬੈਠੇ ਸੀ ਪਰਿਵਾਰ ਆਇਆ, ਪਰਿਵਾਰ ਕਹਿੰਦਾ ਮਾਲਕੋ ਤੁਹਾਡੇ ਵਾਸਤੇ ਜੋੜਾ ਲਿਆਂਦਾ ਹੈ। ਠੀਕ ਹੈ? ਜਿਹੜੀ ਚੱਪਲ ਲਿਆਂਦੀ ਤੁਹਾਡੇ ਵਾਸਤੇ, ਔਰ ਸਾਡੀ ਇੱਛਾ ਹੈ ਕਿ ਮਾਲਕ ਪਾ ਕੇ ਜਾਣ। ਸਮਝਦੇ ਹੋ ਕਿ ਨਹੀਂ? ਇਸ ਲਈ ਡੱਬਾ ਲੈ ਕੇ ਤੁਰੇ। ਔਰ ਹੁਣ ਜਦੋਂ ਉਹਨਾਂ ਨੇ ਰੱਖੀ, ਜਦੋਂ ਲੈ ਕੇ ਆਏ ਸੀ ਲਿਆਉਣ ਦਾ ਢੰਗ ਕੁਛ ਹੋਰ ਸੀ। ਨਵੀਂ ਜੁੱਤੀ ਲੈ ਕੇ ਆ ਰਹੇ ਨੇ, ਫਿਰ ਅਸੀਂ ਪਾ ਕੇ ਦੇਖੀ ਕਿ ਸਾਈਜ਼ ਠੀਕ ਹੈ। ਜਦੋਂ ਉਹਨਾਂ ਨੇ ਕਿਹਾ ਮਾਲਕੋ ਚੈੱਕ ਕਰ ਲਿਓ, ਜੇ ਆਪਾਂ ਮੋੜਨੀ ਕੀਤੀ ਹੈ, ਜੇ ਸਾਈਜ਼ ਖੁੱਲ੍ਹਾ ਹੋਵੇ ਟਾਈਟ ਹੋਵੇ ਫਿਰ ਤੁਸੀਂ ਦੇਖ ਲਿਓ। ਪਰ ਜਿੱਦਾਂ ਹੀ ਅਸੀਂ ਪੈਰ 'ਚ ਪਾ ਕੇ ਸਾਈਜ਼ ਕੀਤਾ ਸੀਗਾ ਬਿਲਕੁਲ ਠੀਕ ਹੈ, ਕਰ ਦਿਓ ਪੈਕ। ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ, ਚੱਪਲ ਨੂੰ ਚੁੰਮਿਆ, ਅੱਖਾਂ ਨਾਲ ਲਾਇਆ, ਸਿਰ 'ਤੇ ਰੱਖਿਆ, ਫਿਰ ਐਨ ਕੱਪੜੇ ਨਾਲ ਆਪਣੇ ਸਾਫ਼ ਕਰਕੇ ਠੀਕ ਹੈ। ਕਮਾਲ ਦੀ ਗੱਲ ਹੈ, ਪਹਿਲਾਂ ਇੱਦਾਂ ਤਾਂ ਹੁਣ ਕਹਿੰਦੇ ਮਾਲਕ ਹੁਣ ਤੁਹਾਡੇ ਚਰਨ ਲੱਗ ਗਏ, ਹੁਣ ਇਹਦੀ ਕੀਮਤ ਵੱਧ ਗਈ। ਸਮਝਦੇ ਹੋ ਕਿ ਨਹੀਂ? ਜਦੋਂ ਤੱਕ ਦੁਕਾਨ 'ਤੇ ਹੈ ਉਹ ਚੱਕੇ ਯਾਰ ਹੋਰ ਦਿਖਾ, ਚੱਕੇ ਯਾਰ ਹੋਰ ਦਿਖਾ, ਪਸੰਦ ਨਹੀਂ ਆਈ ਹੋਰ ਦਿਖਾ, ਹੋ ਜਾਂਦਾ। ਅਸੀਂ ਕਹਿੰਦੇ ਜਦੋਂ ਅਸੀਂ ਜੁੜ ਜਾਂਦੇ ਨਾ ਉਹਨਾਂ ਨਾਲ ਤਾਂ ਫਿਰ ਸਾਡੀ ਇੱਜ਼ਤ ਵੀ। ਤਾਂ ਬਾਬਾ ਫਰੀਦ ਨੂੰ ਪੁੱਛਿਆ ਕਿਸੇ ਨੇ ਮੁਰਸ਼ਦ ਨਾਲ ਜੁੜ ਕੇ ਕੀ ਮਿਲਦਾ ਹੈ, ਤਾਂ ਬਾਬਾ ਫਰੀਦ ਨੇ ਕਿਹਾ ਉਹ ਸੰਗਤ ਦੀਆਂ ਜੁੱਤੀਆਂ ਬਹੁਤ ਰਸਤੇ 'ਚ ਪਈਆਂ, ਪਰੇ ਕਰਕੇ ਉਹ ਗਿਆ ਜਾ ਕੇ ਪੈਰ ਨੇ ਪਰੇ ਨੂੰ ਕਰਕੇ ਆ ਗਿਆ। ਬਾਬਾ ਫਰੀਦ ਨੇ ਸਾਡੀ ਜੁੱਤੀ ਵੀ ਚੱਕ ਕੇ ਲਿਆ ਗਿਆ। ਜਿੱਦਾਂ ਦੱਸਿਆ ਕਿ ਮੁਰਸ਼ਦ ਦਾ ਜੋੜਾ ਸਿਰ 'ਤੇ ਰੱਖਿਆ, ਆਪਣੀ ਦਾੜੀ ਨਾਲ ਸਾਫ਼ ਕੀਤਾ, ਬਾਬਾ ਫਰੀਦ ਦੇ ਚਰਨਾਂ 'ਚ ਲਿਆ ਕੇ ਪਾਇਆ। ਬਾਬਾ ਫਰੀਦ ਕਹਿੰਦੇ ਇੱਕ ਗੱਲ ਦਾ ਜਵਾਬ ਦੇ, ਤੈਨੂੰ ਜਦੋਂ ਸੰਗਤ ਦੇ ਜੋੜੇ ਪਰੇ ਕਰਨ ਨੂੰ ਗਿਆ ਤੂੰ ਪੈਰ ਨਾਲ ਹੀ ਇੱਧਰ, ਤਾਂ ਸਾਡੇ ਜੋੜੇ ਨੂੰ ਬੜਾ ਚੁੰਮਿਆ, ਦਾੜੀ ਨਾਲ ਸਾਫ਼ ਕੀਤਾ ਔਰ ਲਿਆ ਕੇ ਪੈਰਾਂ ਦੇ ਕਾਰਨ ਕੀ ਹੈ ਨਾ ਮਾਰੇ ਤੁਹਾਡੇ ਚਰਨਾਂ ਦੇ ਜੋੜੇ ਹੈ।
ਜੋੜਾ ਮਤਲਬ ਜੋ ਜੁੜ ਗਿਆ, ਇਹ ਤੁਹਾਡੇ ਚਰਨਾਂ ਦਾ ਜੋੜਾ ਹੈ, ਇਹ ਤਾਂ ਇੱਜ਼ਤ ਕਰਨੀ ਹੈ। ਬਾਬਾ ਫਰੀਦ ਕਹਿੰਦੇ ਨੂੰ ਆਪ ਹੀ ਦੇਖ ਲੈ, ਤੂੰ ਕਹਿੰਦਾ ਮੁਰਸ਼ਿਦ ਨਾਲ ਜੁੜ ਕੇ ਕੀ ਮਿਲਦਾ ਹੈ, ਆ ਜੋ ਜੋੜੇ ਨੂੰ ਮਿਲ ਗਿਆ ਨਾ, ਉਹੀ ਮੁਰਸ਼ਿਦ ਨਾਲ ਜੁੜ ਕੇ ਇਨਸਾਨ ਨੂੰ ਮਿਲ ਜਾਂਦਾ। ਜਦੋਂ ਮੁਰਸ਼ਿਦ ਨਾਲ ਜੁੜ ਜਾਂਦਾ ਹੈ ਤਾਂ ਜਿਹੜਾ ਨਹੀਂ ਵੀ ਪੁੱਛਦਾ ਨਾ, ਫਿਰ ਉਹ ਵੀ ਸਿਰ ਝੁਕਾਉਣਾ, ਸਲਾਮ ਕਰਨਾ ਸ਼ੁਰੂ ਕਰ ਦਿੰਦਾ ਹੈ। ਕਰ ਦਿੰਦਾ ਕਿ ਨਹੀਂ? ਇਸ ਕਰਕੇ ਇਹਦੇ ਅੱਗੇ ਕਿਸੇ ਦਾ ਸਿਰ ਨਹੀਂ ਝੁਕਦਾ। ਜਦੋਂ ਮੁਰਸ਼ਿਦ ਦੇ ਨਾਲ ਆ ਕੇ ਇਨਸਾਨ ਜੁੜ ਜਾਂਦਾ, ਫਿਰ ਸਾਰੀ ਦੁਨੀਆ ਦੇ ਸਿਰ ਉਹਦੇ ਅੱਗੇ ਝੁਕਣੇ। ਇਹ ਕਿਹਦੀ ਵਡਿਆਈ ਨਹੀਂ, ਅਸੀਂ ਕਹਿੰਦੇ ਉੱਚੇ ਨਾਲ ਯਾਰੀ ਲਾ ਕੇ ਫਿਰ ਬੰਦਾ ਵੀ ਉੱਚਾ ਹੋ ਜਾਂਦਾ ਹੈ। ਸੋ ਹੁਣ ਟਾਈਮ ਕਾਫੀ ਹੋ ਗਿਆ ਹੈ, ਹੁਣ ਸਤਸੰਗ ਹੋ ਗਿਆ। ਤੁਹਾਡੀ ਇੱਛਾ ਸੀ ਲੋਕ ਕਰਤਾ ਸਤਸੰਗ ਹੈ, ਖੜੇ ਖੜੇ ਕਰਤਾ ਹੈ। ਭਾਵਨਾ ਪੂਰੀ ਕਰਨੀ ਹੈ ਅਸੀਂ ਭਾਵਨਾ ਅਧੂਰੀ ਰਹਿਣੀ ਚਾਹੀਦੀ। ਦੇਖੋ ਇਹਦੇ ਡਾਂਸ ਤੋਂ ਗੱਲ ਸ਼ੁਰੂ ਹੋਈ ਸੀ, ਠੀਕ ਹੈ, ਸੋ ਖਤਮ ਵੀ ਇਹਦੇ ਡਾਂਸ ਤੇ ਕਰਨੀ ਹੈ। ਤੇ ਜਦੋਂ ਇਹਨਾਂ ਕੋਸ਼ਿਸ਼ ਕੀਤੀ, ਅੱਜ ਤੋਂ ਤੁਸੀਂ ਵੀ ਕੋਸ਼ਿਸ਼ ਕਰੋ ਕਿ ਅਸੀਂ ਵੀ ਕੁਝ ਜੀਵਨ 'ਚ ਇੱਦਾਂ ਦੇ ਕੰਮ ਕਰੀਏ ਕਿ ਜਿਹੜਾ ਅਸੀਂ ਕਹਿ ਸਕੀਏ ਅਸੀਂ ਆਪਣੇ ਮਾਲਿਕ ਦੀ ਖਾਤਰ ਕਰ ਰਹੇ ਹਾਂ, ਆਪਣੇ ਮਾਲਿਕ ਦੀ ਖੁਸ਼ੀ ਦੀ ਖਾਤਰ ਕਰ ਰਹੇ ਹਾਂ, ਤਾਂ ਫਿਰ ਤੁਹਾਡੇ ਜੀਵਨ 'ਚ ਵੀ ਖੁਸ਼ੀਆਂ ਆ ਜਾਣਗੀਆਂ। ਠੀਕ ਹੈ, ਸੋ ਜੁੜੋ ਉਸ ਮਾਲਿਕ ਦੇ ਨਾਲ ਜਿਹਦੇ ਨਾਲ ਜੁੜ ਕੇ, ਜਿੱਦਾਂ ਮੁਹੰਮਦ ਵਿਦਾਈਓ ਬਾਬਾ ਫਰੀਦ ਦੇ ਨਾਲ ਜੁੜੇ, ਮੁਰਸ਼ਦ ਨਾਲ ਜੁੜੇ, ਤਾਂ ਮੁਹੰਮਦ ਵਿਦਾਈਓ ਤੋਂ ਹਜ਼ਰਤ ਨਿਜ਼ਾਮੁਦੀਨ ਔਲੀਆ ਮਹਿਬੂਬੇ ਇਲਾਹੀ ਹੋਏ। ਮਹਿਬੂਬੇ ਇਲਾਹੀ ਜਿਹਨਾਂ ਨੂੰ ਖੁਦਾ ਨੇ ਵੀ ਕਿਹਾ ਮੇਰਾ ਪਿਆਰਾ ਹੈ। ਤੇ ਮੁਰਸ਼ਦ ਨਾਲ ਜੁੜ ਕੇ ਹੀ ਉੱਚਾਈ ਮਿਲਦੀ ਹੈ। ਜਿੱਦਾਂ ਦੱਸਿਆ, ਜਿਹਨੂੰ ਕੋਈ ਨਹੀਂ ਪੁੱਛਦਾ, ਜਦੋਂ ਉਹਦਾ ਹੋ ਜਾਂਦਾ ਤਾਂ ਫਿਰ ਦੁਨੀਆ ਉਹਦੇ ਅੱਗੇ ਵੀ ਸਲਾਮਾਂ ਕਰਦੀ ਹੈ, ਨਮਸਕਾਰਾਂ ਕਰਦੀ ਹੈ। ਇਸ ਲਈ ਇਨਸਾਨ ਇਹੀ ਜੀਵਨ 'ਚ ਕੋਸ਼ਿਸ਼ ਕਰੇ ਕਿ ਮੈਂ ਕੁਛ ਐਸਾ ਕਰਾਂ ਕਿ ਜਿਹੜਾ ਆਪਣੇ ਮਾਲਿਕ ਦੀ ਖੁਸ਼ੀ ਨੂੰ ਪ੍ਰਾਪਤ ਕਰਾਂ, ਆਪਣੇ ਮਾਲਿਕ ਨਾਲ ਜੁੜਾਂ, ਤਾਂ ਕਿ ਮੇਰੇ ਜੀਵਨ 'ਚ ਵੀ ਉਹ ਆਨੰਦ, ਉਹ ਸ਼ਾਂਤੀ, ਉਹ ਸਕੂਨ ਆ ਜਾਵੇ ਜਿਹਨੂੰ ਪਾਉਣ ਦਾ ਮੈਂ ਹੱਕਦਾਰ। ਤੁਸੀਂ ਹੱਕਦਾਰ ਹੋ, ਕਿਉਂਕਿ ਤੁਹਾਡੇ ਜਿੱਦਾਂ ਇਹ ਹਮੇਸ਼ਾ ਦੱਸੀ ਤਾਂ ਪਰਮਾਨੰਦ ਹੈ, ਉਸ ਤੋਂ ਅਸੀਂ ਪੈਦਾ ਹੋਏ ਹਾਂ। ਤਾਂ ਜੋ ਉਹ ਹੈ ਨਾ, ਉਹ ਪਾਉਣ ਦਾ ਹੱਕ ਸਾਡਾ ਪੂਰਾ ਹੈ। ਜਿੱਦਾਂ ਬੰਦਾ ਕਹਿੰਦਾ ਨਾ, ਇਹ ਮੇਰੇ ਬਾਪ ਦੀ ਗੱਦੀ ਹੈ, ਰਾਜੇ ਕਹਿੰਦੇ, ਰਾਜੇ ਮਹਾਰਾਜ ਦੀ ਗੱਲ ਕਰਦੇ ਹਾਂ ਅਸੀਂ ਕਿ ਇਹ ਗੱਦੀ ਦਾ ਮੈਂ ਵਾਰਿਸ ਹਾਂ। ਤਾਂ ਜੇ ਉਹ ਆਨੰਦ ਰੂਪ ਹੈ ਤਾਂ ਉਹ ਆਨੰਦ ਨੂੰ ਪਾਉਣ ਦੇ ਅਸੀਂ ਵੀ ਪੂਰੇ ਕਰਮ ਸਾਨੂੰ ਉਹ ਕਰਨੇ ਪੈਣਗੇ। ਕਿੱਦਾਂ ਅਸੀਂ ਉਸ ਨਾਲ ਜੁੜੀਏ, ਉਹ ਤਾਕਤ ਨਾਲ ਜੁੜੀਏ ਜੋ ਸਾਨੂੰ ਵੀ ਨੀਚੋਂ, ਆਏ ਕਹਿੰਦੇ ਨੀਚੋਂ ਉੱਚ ਕਰੇ ਮੇਰਾ ਮੁਰਸ਼ਿਦ ਹੈ, ਇਹ ਉਸ ਦੀ ਵਡਿਆਈ। ਤੇ ਅਗਰ ਮੁਰਸ਼ਿਦ ਨਾਲ ਜੁੜਾਂਗੇ ਤਾਂ ਫੇਰ ਹੀ ਨੀਵੇਂ ਤੋਂ ਉੱਚੇ ਹੋਵਾਂਗੇ। ਸੋ ਆਓ ਉੱਚੇ ਹੋਈਏ ਔਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਖੁਸ਼ੀਆਂ ਨਾਲ, ਮਾਲਿਕ ਦੀ ਰਹਿਮਤ ਨਾਲ, ਆਨੰਦ ਨਾਲ ਭਰਪੂਰ ਕਰੀਏ ਔਰ ਮਾਲਿਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ। ਹੁਣ ਹੋਰ ਪ੍ਰੈਕਟਿਸ ਕਰਨੀ ਹੈ, ਅਗਲੀ ਵਾਰ ਨੂੰ ਇਸ ਤੋਂ ਵੀ ਵਧੀਆ। ਅਗਲੀ ਬਹੁਤ ਵਧੀਆ ਸੀ, ਅਗਲੀ ਵਾਰ ਬਹੁਤ ਵਧੀਆ ਕਰਨਾ, ਬਹੁਤ ਵਧੀਆ ਕਰਨਾ। ਠੀਕ ਹੈ, ਸਮਝੀਏ? ਸ਼ਾਬਾਸ਼ ਪੂਨਮ, ਸ਼ਾਬਾਸ਼। ਚਲੋ ਹੁਣ ਖੁਸ਼ ਰਹੋ ਫਿਰ। ਮਾਲਿਕ ਦੀ ਰਹਿਮਤ, ਮਾਲਿਕ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ। ਹੱਸਦੇ ਮੁਸਕਰਾਤੇ ਖੁਸ਼ ਰਹੋ। ਮਾਲਿਕ ਤੁਹਾਨੂੰ ਤੰਦਰੁਸਤੀਆਂ ਦੇਣ, ਆਪਣੀ ਰਹਿਮਤ, ਆਪਣੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਸਾਡਾ ਆਸ਼ੀਰਵਾਦ, ਮਾਲਿਕ ਦੀ ਰਹਿਮਤ ਹਮੇਸ਼ਾ ਤੁਹਾਡੇ ਨਾਲ ਹੈ। ਮਾਲਿਕ ਤਾਕਤ ਦੇਣ ਕਿ ਤੁਸੀਂ ਵੀ ਕੁਝ ਅੱਛਾ ਕਰੋ, ਤਾਂ ਕਿ ਤੁਸੀਂ ਵੀ ਆਪਣੇ ਮਾਲਿਕ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੋ, ਤਾਂ ਕਿ ਤੁਹਾਡੇ ਤੇ ਵੀ ਰਹਿਮਤਾਂ, ਬਰਕਤਾਂ, ਬਖਸ਼ਿਸ਼ਾਂ, ਖੁਸ਼ੀਆਂ ਦੀ ਬਰਸਾਤ ਹੋਵੇ ਔਰ ਮਾਲਿਕ ਹਮੇਸ਼ਾ ਆਪਣੀ ਰਹਿਮਤ ਤੁਹਾਡੇ ਤੇ ਬਣਾਏ ਰੱਖਣ। ਜੈ ਮਾਲਕ। ਜੈ ਮਾਲਕ।